ਇਹ ਕਮੇਟੀ ਦੇ ਜਿਹੜੇ ਹਮੇਸ਼ਾ ਮਾਲਕ ਰਹੇ ਜਾਂ ਜਿਹੜੇ ਪੰਥ ਦੇ ਆਗੂ ਸੀਗੇ, ਉਹਨਾਂ ਨੇ ਹਮੇਸ਼ਾ ਗੋਲਕ ਦੇ ਪ੍ਰਬੰਧ ਦੇ ਚੱਕਰ 'ਚ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਜਾਂ ਧੜੇ ਬੰਦੀਆਂ ਛੋਟੇ ਛੋਟੇ ਧੜਿਆਂ 'ਚ ਕੌਮ ਵੰਡੀ। 1984 ਤੋਂ ਬਾਅਦ ਜਿਨ੍ਹਾਂ ਹੱਥਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸੋ ਕਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਗਿਆ, ਇਹ ਸਰੂਪਿਆਂ ਦੇ ਕੱਪੜੇ ਕਰਦੇ ਸੀ ਭੈਣ ਜੀ। ਇਹ ਕੜਾਹ ਦੇ ਵਿੱਚ ਜਿਹੜਾ ਦੇਸੀ ਘਿਓ ਪੈਂਦਾ ਉਹਦੇ ਕੱਪੜੇ ਕਰਦੇ ਸੀ, ਇਹ ਸਬਜ਼ੀਆਂ ਦੇ ਕੱਪੜੇ ਕਰਦੇ ਸੀ। ਇਹ ਇੱਥੋਂ ਵੱਧਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਦੇ ਕੱਪੜਿਆਂ ਤੇ ਆ। ਸੇਕਾ ਬਾਦਲਾਂ ਤੱਕ ਜਾ ਰਿਹਾ ਸੀ ਤੇ ਬਾਦਲਾਂ ਨੇ ਚੰਡੀਗੜ੍ਹੋਂ ਇਹਨਾਂ ਨੂੰ ਇੱਕ ਕੰਨ ਮਰੋੜੇ ਵੀ ਸੇਕਾ ਸਾਡੇ ਤੱਕ ਨਹੀਂ ਪਹੁੰਚਣਾ ਚਾਹੀਦਾ, ਸੇਕਾ ਥੱਲੇ ਨਿਬੇੜੋ। ਸ਼੍ਰੋਮਣੀ ਕਮੇਟੀ ਦੀ ਇਹ ਟਾਸਕ ਫੋਰਸ ਅੱਜ ਤੱਕ ਦੱਸਦੇ ਕਿ ਇੱਕ ਵਾਰੀ ਵੀ ਜਾ ਕੇ ਕਿਸੇ ਮੜੀ ਤੇ ਕਬਰ ਤੋਂ ਜਾ ਕੇ ਇਹ ਸਤਿਗੁਰੂ ਜੀ ਦਾ ਸਰੂਪ ਲੈ ਕੇ ਆ। ਤੇ ਹੁਣ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਟਾਸਕ ਫੋਰਸ ਹੈ ਜਿਹੜੀ ਇਹਦਾ ਸੰਗਤ ਨੂੰ ਕੁੱਟਣਾ ਹੀ ਕੰਮ ਹੈ। ਫਿਰ ਮੈਨੂੰ ਇਹ ਕਹਿਣਾ ਪਊਗਾ ਕਿ 1947 ਦੇ ਵਿੱਚ ਜਿਨ੍ਹਾਂ ਨੇ ਸਾਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਸੀ, ਕੀ ਉਹ ਸਹੀ ਸੀਗਾ? ਸਾਂਝਾ ਟੀਵੀ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਬਲਜਿੰਦਰ ਕੌਰ ਵੱਲੋਂ ਪਿਆਰ ਸਹਿਤ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਤੁਹਾਨੂੰ ਖਬਰਸਾਰ ਬਿਹਾਈਂਡ ਦਾ ਨਿਊਜ਼। ਮੇਰਾ ਤੁਹਾਡੇ ਨਾਲ 7 ਸੋਮਵਾਰ ਤੋਂ ਸ਼ੁੱਕਰਵਾਰ ਤੱਕ 10 ਵਜੇ ਤੋਂ ਲੈ ਕੇ 11 ਵਜੇ ਤੱਕ ਹੁੰਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਜਿਹੜਾ 4 ਦਿਨ ਸਾਡੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਆਉਂਦੇ ਨੇ ਤੇ ਬਹੁਤ ਹੀ ਖਾਸ ਅਹਿਮ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਜਾਂਦੀ ਹੈ। ਦੇਸ਼ ਵਿਦੇਸ਼ ਦੀ ਧਰਤੀ ਤੋਂ ਤੁਸੀਂ ਸਾਡਾ ਸਾਥ ਦਿੰਦੇ ਹੋ, ਤੁਸੀਂ ਸਾਨੂੰ ਫੋਨ ਕਰਦੇ ਹੋ ਤੇ ਅੱਜ ਵੀ ਇੱਕ ਬਹੁਤ ਅਹਿਮ ਮੁੱਦੇ ਤੇ ਅਸੀਂ ਅੱਗੇ ਚੱਲ ਕੇ ਗੱਲ ਕਰਾਂਗੇ। ਪਹਿਲਾਂ ਕੁਝ ਇੱਕ ਖਬਰਾਂ ਤੇ ਝਲਕ ਮਾਰਦੇ ਆ ਤੇ ਜੀ ਆਇਆਂ ਕਹਿੰਦੇ ਆ ਕੁਲਦੀਪ ਸਿੰਘ ਹੁਣਾਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਾਂਝਾ ਟੀਵੀ ਦੇ ਖਬਰਸਾਰ ਪ੍ਰੋਗਰਾਮ ਦੇ ਸਮੂਹ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਜੀ ਕੁਲਦੀਪ ਸਿੰਘ ਜੀ, ਸਾਡੇ ਆਪਣੇ ਸ਼ਹਿਰ ਦੇ ਵਿੱਚ ਚੋਣਾਂ ਸੀ ਔਰ ਵੀਕਐਂਡ ਤੇ ਥੋੜਾ ਜਿਹਾ ਦੱਸੋ ਕੀ ਹਾਲਾਤ ਨੇ? ਚੋਣਾਂ ਬਾਰੇ ਬੜੀਆਂ ਕਿਆਸ ਰਹੀਆਂ ਲੱਗ ਰਹੀਆਂ ਸੀ। ਬੜੇ ਅਲੱਗ-ਅਲੱਗ ਜਿਹੜਾ ਮੀਡੀਆ ਆਊਟਲੈਟ ਹੈ ਉਹ ਐਸਟੀਮੇਟਸ ਦੇ ਰਿਹਾ ਸੀ ਕਿ ਕਿਹੜੀ ਸਰਕਾਰ ਨੇ ਜਿੱਤਣਾ, ਕਿਵੇਂ ਕਰਨਾ ਹੈ। ਕਿਉਂਕਿ ਜੌਨ ਹੌਰਗਨ ਉਹਨਾਂ ਦੀ ਸਰਕਾਰ ਦੇ ਵਿੱਚ ਸਿਰਫ 1 ਜਾਂ 2 ਸੀਟਾਂ ਦੀ ਕਮੀ ਸੀ, ਜਿਹਦੇ ਕਰਕੇ ਕੋਈ ਵੀ ਬਿੱਲ, ਕੋਈ ਵੀ ਮਤਾ ਪਾਸ ਕਰਨ ਲੱਗਿਆ ਪ੍ਰੋਬਲਮ ਆਉਂਦੀ ਸੀ। ਜਿਵੇਂ ਲੰਗੜੀ ਸਰਕਾਰ ਆਪਾਂ ਕਹਿੰਦੇ ਹਾਂ ਕਿ ਉਹਨੂੰ ਫੌੜੀਆਂ ਦੀ ਲੋੜ ਗ੍ਰੀਨ ਦੀ ਪੈਂਦੀ ਸੀ। ਸੋ ਕਈ ਵਾਰੀ ਗ੍ਰੀਨ ਵਾਲੇ ਭਾਵੇਂ ਸਣ 2 ਪਰ ਅੱਖਾਂ ਦਿਖਾ ਦਿੰਦੇ ਸਨ ਜੀ। ਇਸ ਕਰਕੇ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਕੋਈ ਵੀ ਬਿੱਲ ਪਾਸ ਕਰਨ ਲੱਗਿਆ ਕੋਈ ਮੁਸ਼ਕਲ ਆਉਂਦੀ ਹੈ ਤੇ 1 ਸਾਲ ਪਹਿਲਾਂ ਚੋਣਾਂ ਅਨਾਉਂਸ ਕਰ ਦਿੱਤੀਆਂ। ਸੋ ਚੋਣਾਂ ਵਾਲਾ ਜਿਹੜਾ ਮਾਜਰਾ ਸੀ ਉਹ 24 ਤਰੀਕ ਨੂੰ ਸ਼ਾਮਾਂ ਨੂੰ 8 ਵਜੇ ਰਿਜ਼ਲਟ ਜਦੋਂ ਆਉਣੇ ਸ਼ੁਰੂ ਹੋਏ ਨੇ ਤੇ ਲੋਕ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਨੇ ਉਹ ਚਾਹੁੰਦੇ ਸਨ ਕਿ ਸਾਡੇ ਕੋਲ ਜਿਹੜੀ ਸਰਕਾਰ ਹੈ ਕੋਈ ਸਟੇਬਲ ਹੋਏਗੀ, ਸਟੇਬਲ ਸਰਕਾਰ ਕੋਈ ਸਟੇਬਲ ਫੈਸਲੇ ਦੇ ਸਕੇਗੀ। ਇਸ ਕਰਕੇ ਬੜੀ ਵੱਡੀ ਤਾਦਾਦ ਦੇ ਵਿੱਚ, ਯਾਨੀ ਕਿ 16 ਵਰ੍ਹਿਆਂ ਬਾਅਦ, ਮੈਂ 16 ਨਹੀਂ 16 ਵਰ੍ਹੇ ਤਕਰੀਬਨ ਹੋ ਗਏ ਆ, ਵੱਡੀ ਮੈਜੋਰਟੀ ਐਨਡੀਪੀ ਨੂੰ ਮਿਲੀ ਹੈ, ਜਿਹਦੇ ਵਿੱਚੋਂ 55 ਸੀਟਾਂ ਐਨਡੀਪੀ ਵਾਲੇ ਲੈ ਗਏ ਨੇ ਤੇ 55 ਦੇ ਨਾਲ 29 ਸੀਟਾਂ ਨੇ ਜਿਹੜੀਆਂ ਉਹ ਲਿਬਰਲ ਨੂੰ ਮਿਲੀਆਂ ਤੇ 3 ਸੀਟਾਂ ਜਿਹੜੀਆਂ ਨੇ ਗ੍ਰੀਨ ਦੀ ਝੋਲੀ 'ਚ ਪਈਆਂ ਨੇ। ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਭਾਰਤੀ ਮੂਲ ਦੇ ਪੰਜਾਬੀ ਭਾਈਚਾਰੇ ਦੇ ਜਿਹੜੇ ਨੇ 5 ਮੈਂਬਰ ਪਾਰਲੀਮੈਂਟ ਸਨ, ਇਸ ਵੇਲੇ 7 ਹੋ ਗਏ ਨੇ। ਔਰ ਬ੍ਰਿਟਿਸ਼ ਕੋਲੰਬੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਸਰਦਾਰ ਜੀ ਦਸਤਾਰਧਾਰੀ MLA ਅਸੈਂਬਲੀ ਦੇ ਵਿੱਚ ਬੈਠੇਗਾ। ਇਹ ਪਹਿਲਾ ਇਤਿਹਾਸ ਦੇ ਵਿੱਚ ਮੌਕਾ ਹੈ। ਸਰਦਾਰ ਅਮਨ ਸਿੰਘ ਸਾਡੇ ਆਪਣੇ ਰਿਚਮੰਡ ਤੋਂ, ਰਿਚਮੰਡ ਕੁਈਨਸਬੋਰੋ ਤੋਂ ਵਕੀਲ ਨੇ, ਬੜੀ ਆਲਾ ਸ਼ਖਸੀਅਤ ਹੈ, ਬੜੇ ਮਿਲਨਸਾਰ ਨੇ। ਉਹ ਐਤਕੀ ਜਸ ਜੋਲ ਜਿਹੜੇ ਬੜੇ ਵੈਲ ਨੋਨ ਜਰਨਲਿਸਟ ਨੇ ਉਹਨਾਂ ਨੂੰ ਹਰਾ ਕੇ ਤੇ ਇਹ ਸੀਟ ਉਹਨਾਂ ਨੇ ਰਿਚਮੰਡ ਤੋਂ ਜਿੱਤੀ ਹੈ। ਤੇ ਨਿੱਕੀ ਸ਼ਰਮਾ ਵੈਨਕੂਵਰ ਤੋਂ ਇੱਕ ਹੋਰ ਪੰਜਾਬੀ ਭਾਈਚਾਰੇ ਦੀ ਜਿਹੜੀ ਲੜਕੀ ਹੈ ਸਾਡੀ, ਉਹ ਵੀ ਆਈ ਹੈ। ਸੋ ਹੁਣ 7 ਜਿਹੜੇ MLA ਨੇ ਉਹ ਜਦੋਂ ਪਾਰਲੀਮੈਂਟ ਦੇ ਵਿੱਚ ਬੈਠਣਗੇ ਤੇ ਕੁਦਰਤੀ ਗੱਲ ਹੈ ਬੱਲੇ ਬੱਲੇ ਤਾਂ ਹੋਣੀ ਹੈ ਤੇ ਜਿਹੜੇ ਫੈਸਲੇ ਹੋਣਗੇ। ਇਸੇ ਕਰਕੇ ਜਿਹੜਾ ਮੁੱਖ ਮੰਤਰੀ ਹੈ ਜਾਂ ਰਾਜਨੀਤਿਕ ਲੋਕ ਨੇ ਉਹ ਪੰਜਾਬੀਆਂ ਦੇ ਦੂਸਰੇ ਪੰਜਾਬ ਸਰੀ ਦੇ ਵਿੱਚ ਜ਼ਿਆਦਾ ਗੇੜੇ ਲਾਉਂਦੇ ਕਿਉਂ ਸੀ, ਹੁਣ ਤੁਹਾਨੂੰ ਪਤਾ ਲੱਗ ਗਿਆ। ਪਹਿਲੀਆਂ 5 ਦੀਆਂ 5 ਸੀਟਾਂ ਉਹਨਾਂ ਨੇ ਕੱਢੀਆਂ ਨੇ
ਰਚਨਾ ਸਿੰਘ, ਹੈਰੀ ਬੈਂਸ, ਰਾਜ ਚੌਹਾਨ, ਜਗਰੂਪ ਬਰਾੜ, ਜਿੰਨੀ ਸਿਮਸ, ਜਿਹੜਾ ਬੜਾ ਸਖਤ ਮੁਕਾਬਲਾ ਸੀ ਡਾਕਟਰ ਚੀਮਾ ਦੇ ਨਾਲ, ਜਿਹੜੇ ਬੜੇ ਹੰਢੇ ਹੋਏ ਪਾਲਿਸੀ ਮੇਕਰ ਨੇ ਲਿਬਰਲ ਦੇ, ਹਰਾਤੇ। ਬਿਲਕੁਲ ਲੋਕਾਂ ਦਾ ਫਤਵਾ ਹੈ। ਐਤਕੀ ਮੇਰੇ ਨਾਲ ਕਿਸੇ ਨੇ ਡਰਦਿਆਂ ਸ਼ਰਤ ਵੀ ਨਹੀਂ ਲਾਈ। ਪਿਛਲੀ ਵਾਰੀ ਸਾਡੇ ਰਫਤਾਰ ਜੀ ਮੇਰੇ ਤੋਂ ਸ਼ਰਤ ਹਾਰ ਗਏ ਸੀ, ਐਤਕੀ ਉਹ ਕਹਿੰਦੇ ਲਾਉਣੀ ਨਹੀਂ, ਕਿਉਂਕਿ ਕਹਿੰਦੇ ਤੁਸੀਂ ਜਦੋਂ ਕਹਿੰਦੇ ਆ ਕੁਝ ਹੋ ਹੀ ਜਾਂਦਾ। ਮੈਂ ਕਹਿੰਦੀ ਐਸੀ ਗੱਲ ਨਹੀਂ ਹੁੰਦੀ, ਤੁਹਾਨੂੰ ਬੰਦੇ ਦੇ ਕੰਮ ਦੱਸਣ ਲੱਗ ਪੈਂਦੇ। ਬਿਲਕੁਲ। ਜਿਸ ਦਿਨ ਚੋਣਾਂ ਹੋ ਰਹੀਆਂ ਸੀ ਆਪਣੇ, ਉਸੇ ਦਿਨ ਰੂਸ ਦੇ ਵਿੱਚ, ਮਾਸਕੋ ਦੇ ਵਿੱਚ ਇੱਕ ਬੜੀ ਵੱਡੀ ਦੁਖਦਾਈ ਘਟਨਾ ਵਾਪਰੀ ਹੈ, ਜਿਹਦੇ ਵਿੱਚ ਇੱਕ ਨਵਾਂ ਥੀਏਟਰ ਹਾਲ ਬਣਾਇਆ ਸੀ, ਤਕਰੀਬਨ 1100 ਵਿਅਕਤੀਆਂ ਦੇ ਬੈਠਣ ਦੀ ਥਾਂ ਸੀ। ਉਸ ਹਾਲ ਦੇ ਵਿੱਚ ਕੁਝ ਜਿਹੜੇ ਨਾਟਕਕਾਰ ਸਨ ਉਹ ਨਾਟਕ ਕਰ ਰਹੇ ਸੀ, ਫੌਜੀ ਵਰਦੀਆਂ ਪਾਈਆਂ ਹੋਈਆਂ ਸਨ। ਇੱਕ ਫੌਜੀ ਵਰਦੀ ਪਾ ਕੇ ਵਿਅਕਤੀ ਸਾਈਡ ਦੇ ਵਿੱਚੋਂ ਐਂਟਰ ਹੁੰਦਾ ਹੈ ਤੇ ਹਵਾ 'ਚ ਫਾਇਰ ਕਰਦਾ ਹੈ। ਹਵਾ 'ਚ ਜਦੋਂ ਫਾਇਰ ਕਰਦਾ ਹੈ ਤੇ ਉਹਨਾਂ ਨੂੰ ਇਹ ਹੁੰਦਾ ਹੈ ਵੀ ਇਹ ਵੀ ਨਾਟਕ ਦਾ ਇੱਕ ਪਾਰਟ ਹੈ। ਤੇ ਕੁਝ ਚਿਰਾਂ ਬਾਅਦ 50 ਵਿਅਕਤੀ ਹੋਰ ਆਉਂਦੇ ਨੇ, ਉਹ ਕਹਿੰਦੇ ਆ ਤਕਰੀਬਨ 850 ਵਿਅਕਤੀਆਂ ਨੂੰ ਬੰਦੀ ਬਣਾ ਲੈਂਦੇ ਆ। ਉਹ ਕਹਿੰਦੇ ਨੇ ਕਿ ਜਿਹੜੇ ਚੇਚਨੀਆਂ ਦੇ, ਜਿਹੜੇ ਰੂਸ ਦੇ ਵਿੱਚ ਜਿਹੜੇ ਚੇਚਨੀਆਂ ਬਾਗੀ ਨੇ, ਉਹ ਗ੍ਰਿਫਤਾਰ ਕੀਤੇ ਨੇ, ਉਹਨਾਂ ਨੂੰ ਛੱਡੋ, ਉਹਨਾਂ 'ਚ ਅਸੀਂ ਤੁਹਾਨੂੰ ਸਾਰਿਆਂ ਨੂੰ ਗੋਲੀਆਂ ਨਾਲ ਭੁੰਨ ਦਿਆਂਗੇ। 140 ਵਿਅਕਤੀ ਥਾਂ ਹੀ ਮਾਰੇ ਗਏ। ਬਹੁਤ ਵੱਡਾ ਦੁਖਾਂਤ ਹੈ ਜਿਹੜਾ ਉਹ ਮਾਸਕੋ ਦੇ ਵਿੱਚ ਹੋਇਆ। ਉਹਦੀ ਚਰਚਾ ਦੁਨੀਆ ਭਰ ਦੇ ਵਿੱਚ ਹੁੰਦੀ ਰਹੀ ਹੈ। ਬਹੁਤ ਲੋਕਾਂ ਨੇ ਉਸ ਗੱਲ ਦਾ ਅਫਸੋਸ ਵੀ ਮਨਾਇਆ। ਤੇ ਇੱਕ ਜਿਹੜੀ ਖਾਸ ਕਰਕੇ ਗੱਲ ਦੇਖਣ ਵਾਲੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਆਪਾਂ ਦਰਬਾਰ ਸਾਹਿਬ ਜਾਂਦੇ ਹਾਂ, ਜਿੱਧਰ ਲੰਗਰ ਛਕੀਦਾ ਹੈ, ਉਹਦੇ ਲਾਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫ਼ਤਰ ਹੈ। ਉਸ ਦਫ਼ਤਰ ਦੇ ਲਾਗੇ ਤੇਜਾ ਸਿੰਘ ਸਮੁੰਦਰੀ ਹਾਲ, ਜਿਹਨੂੰ ਅਸੀਂ ਕਹਿੰਦੇ ਹਾਂ, ਗੁਰੂ ਰਾਮਦਾਸ ਰਾਮ ਵੀ ਕਹਿੰਦੇ ਹਾਂ, ਉਹਦੇ ਲਾਗੇ ਇੱਕ ਗੇਟ ਬਣਿਆ ਹੋਇਆ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਨੂੰ ਜਾਣ ਲੱਗੇ ਹਾਂ। ਉਸ ਗੇਟ ਦੇ ਉੱਤੇ ਜਿਹੜੇ ਸਾਡੇ ਕੁਝ ਜਥੇਬੰਦੀਆਂ ਸਨ, ਉਹਨਾਂ ਨੇ ਜਾ ਕੇ ਤਾਲਾ ਲਾ ਦਿੱਤਾ। ਤਾਲਾ ਲਾਉਣ ਤੋਂ ਬਾਅਦ ਉਹਨਾਂ ਦੀ ਜਿਹੜੀ ਟਾਸਕ ਫੋਰਸ ਹੈ, ਉਹਨੇ ਆ ਕੇ ਫਿਰ ਤਾਲਾ ਖੁਲਾਉਣ ਦੀ ਬਜਾਏ ਚੰਗੀ ਲੜਾਈ ਜੰਮ ਕੇ ਹੋਈ। ਕਾਫੀ ਲੋਕਾਂ ਦੇ ਢਿੱਡ ਪਾਟੇ, ਸਿਰ ਪਾਟੇ। ਤਕਰੀਬਨ 10 ਤੋਂ ਵੱਧ ਵਿਅਕਤੀ ਨੇ ਜਿਹੜੇ ਉਹ ਹਸਪਤਾਲ ਦੇ ਵਿੱਚ ਦਾਖਲ ਨੇ, ਤੇ ਕਈਆਂ ਦੇ ਉੱਤੇ 307 ਦਾ ਪਰਚਾ ਦਰਜ ਕੀਤਾ ਗਿਆ। ਇਹ ਬੜਾ ਵੱਡਾ ਦੁਖਾਂਤ ਹੈ ਜਿਹੜਾ ਸਾਡੇ ਗੁਰਦੁਆਰਿਆਂ ਦੇ ਵਿੱਚ ਵਾਪਰ ਰਿਹਾ। ਤੇ ਉਧਰੋਂ ਲੌਂਗੋਵਾਲ ਸਾਹਿਬ ਨੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਉਹਨਾਂ ਨੇ ਇਹ ਗੱਲ ਆਖੀ ਹੈ ਕਿ FIR ਦਰਜ ਹੋਣ ਦੇ ਬਾਵਜੂਦ ਵੀ ਬਹੁਤੇ ਲੋਕਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। ਇਹ ਸਾਰਾ ਕੰਮ ਸਰਕਾਰ ਕਰਵਾ ਰਹੀ ਹੈ, ਪੰਜਾਬ ਸਰਕਾਰ, ਕਾਂਗਰਸ ਕਰਵਾ ਰਹੀ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਇਸ ਵੇਲੇ ਮੋਰਚਾ ਲਾ ਕੇ ਬੈਠੀਆਂ ਨੇ। 12 ਤਕਰੀਬਨ ਕੁਝ ਗੱਡੀਆਂ, ਦਰਜਨ ਤੋਂ ਵੱਧ ਮਾਲ ਗੱਡੀਆਂ ਲੈ ਕੇ, ਕੋਲਾ ਲੈ ਕੇ ਪੰਜਾਬ ਦੇ ਵਿੱਚ ਐਂਟਰ ਹੋ ਰਹੀਆਂ ਸੀ। ਤੇ ਅਚਨਚੇਤ ਜਦੋਂ ਬਾਰਡਰ ਦੇ ਉੱਤੇ ਪਹੁੰਚੀਆਂ ਨੇ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਇਹ ਗੱਲ ਆਖ ਦਿੱਤੀ ਸੀ ਕਿ ਕੋਲੇ ਵਾਸਤੇ ਜਿਹੜੀਆਂ ਮਾਲ ਗੱਡੀਆਂ ਨੇ ਸਮਾਨ ਲਿਆਉਣ ਦੇ ਲਈ, ਅਸੀਂ ਉਹਨਾਂ ਨੂੰ ਇਜਾਜ਼ਤ ਕਰਾਂਗੇ, ਪੈਸੰਜਰ ਗੱਡੀ ਨਹੀਂ ਆਉਣ ਦੇਵਾਂਗੇ। ਪਰ ਮੋਦੀ ਸਾਹਿਬ, ਤੁਹਾਨੂੰ ਪਤਾ ਹੈ, ਉਹਨਾਂ ਦੀ ਮੁਲਕ ਹੈ ਉਹਦਾ, ਉਹ ਕਹਿੰਦਾ ਨੋ। ਲਾਸਟ ਮਿੰਟ ਤੇ ਕਾਲ ਆ ਗਈ, ਕਹਿੰਦੇ ਸਾਰੀਆਂ ਗੱਡੀਆਂ ਵਾਪਸ ਲੈ ਕੇ ਆਓ। ਜਿੰਨਾ ਚਿਰ ਪੈਸੰਜਰ ਗੱਡੀਆਂ ਨਹੀਂ ਚੱਲਣ ਦਿੰਦੇ, ਅਸੀਂ ਗੱਡੀਆਂ ਨਹੀਂ ਜਾਣ ਦੇਣੀਆਂ। ਤੇ ਉਧਰਲੇ ਪਾਸੇ ਕੈਪਟਨ ਸਾਹਿਬ ਨੇ ਜਿਹੜਾ ਫੈਸਲਾ ਦਿੱਤਾ ਹੈ, ਉਹਦੇ ਵਿੱਚ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ। ਕਿਸਾਨਾਂ ਨੂੰ ਕਹਿ ਰਹੇ ਨੇ ਕਿ ਤੁਸੀਂ ਧਰਨੇ ਉਠਾ ਲਓ, ਕੇਂਦਰ ਨੂੰ ਇੱਕ ਵਾਰੀ ਨਹੀਂ ਕਿਹਾ। ਤੇ ਜਿਸ ਦਿਨ ਮਤਾ ਪਾਸ ਕੀਤਾ, ਤੀਜੇ ਦਿਨ ਉਹਨਾਂ ਦੇ ਬੇਟੇ ਰਣਿੰਦਰ ਸਿੰਘ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ, ਈਡੀ ਵੱਲੋਂ, ਇਨਫੋਰਸਮੈਂਟ ਵੱਲੋਂ ਉਹਨਾਂ ਨੂੰ ਜਿਹੜਾ ਚੱਲ ਰਿਹਾ ਉਹਨਾਂ ਦਾ ਪੈਸਿਆਂ ਦਾ ਘਪਲਾ ਸੀ, ਉਹਦੇ ਬਾਬਤ ਨੋਟਿਸ ਭੇਜ ਦਿੱਤਾ। ਤੇ ਸ਼ੰਭੂ ਬਾਰਡਰ ਤੇ ਵੀ ਬੜੀ ਰਾਜਨੀਤੀ ਖੇਡੀ ਜਾ ਰਹੀ ਹੈ। ਸ਼ੰਭੂ ਬਾਰਡਰ ਦੀ ਵੀ ਗੱਲਬਾਤ ਆਪਾਂ ਅੱਜ ਦੇ ਜਿਹੜੇ ਟਾਕ ਸ਼ੋਅ ਦੇ ਵਿੱਚ ਕਰਾਂਗੇ, ਕਿਉਂਕਿ ਜਿਹੜੇ ਮਹਿਮਾਨ ਨੇ ਉਹ ਬੜੇ ਐਕਸਪਰਟ ਨੇ। ਉਹ ਇਸ ਗੱਲੋਂ ਐਕਸਪਰਟ ਨੇ, ਇੱਕ ਤਾਂ ਪ੍ਰਚਾਰਕ ਸ਼੍ਰੇਣੀ ਨਾਲ ਉਹਨਾਂ ਦਾ ਬੜਾ ਨੇੜੇ ਦਾ ਵਾਸਤਾ ਹੈ, ਕਿਉਂਕਿ ਸਿੱਖ ਅਲਾਇੰਸ ਆਫ ਆਰਗੇਨਾਈਜੇਸ਼ਨ ਹੈ ਜਿਹੜੀ, ਉਹਦੇ ਕੋਆਰਡੀਨੇਟਰ ਨੇ। ਜਿੰਨੇ ਵੀ ਜਥੇਬੰਦੀਆਂ ਨੇ ਸਾਰਿਆਂ ਦੇ ਕੋਆਰਡੀਨੇਟਰ ਨੇ। ਦੂਸਰੀ ਗੱਲ, ਖੁਦਾ ਪ੍ਰਚਾਰਕ ਨੇ। ਤੀਸਰੀ ਗੱਲ, ਬੜੇ ਵਧੀਆ ਰਾਈਟਰ ਨੇ। ਚੌਥੀ ਗੱਲ, ਮੀਡੀਆ ਦੇ ਵਿੱਚ ਨੇ ਤੇ ਬੜੇ ਧੜੱਲੇਦਾਰ। ਵਿਦੇਸ਼ਾਂ ਦੇ ਵਿੱਚ ਜਾ ਕੇ ਉਹਨਾਂ ਨੇ ਸਾਰਾ ਸਿਸਟਮ ਦੇਖਿਆ ਹੋਇਆ। ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਸੁਖਵਿੰਦਰ ਸਿੰਘ ਸਭਰਾ, ਜਿਨ੍ਹਾਂ ਦੀਆਂ ਮੈਂ ਕਿਤਾਬਾਂ ਸੰਤਾਂ ਦੇ ਕੌਤਕ ਸ਼ਾਇਦ ਕਿਸੇ ਨੇ ਪੜ੍ਹੀਆਂ ਹੋਣ, ਤੇ ਉਹ ਇਹਨਾਂ ਦੇ ਸਤਿਕਾਰਯੋਗ ਪਿਤਾ ਜੀ ਨੇ, ਜਿਨ੍ਹਾਂ ਨੇ ਪਹਿਲੀ ਵਾਰੀ ਧੜੱਲੇ ਨਾਲ
ਆ ਜਿਹੜੇ ਸੋ ਕਾਲਡ ਸੰਤ ਨੇ ਉਹਨਾਂ ਦੇ ਬਾਬਤ ਅਸਲੀਅਤ ਸੀ ਜਿਹੜੀ ਸੱਚ ਲਿਖੀ ਸੀ। ਉਹਨਾਂ ਦੇ ਬੇਟੇ ਸਰਦਾਰ ਪਰਮਪਾਲ ਸਿੰਘ ਸਭਰਾ ਅੱਜ ਦੇ ਪ੍ਰੋਗਰਾਮ ਸ਼ਾਮਲ ਹੋਣ ਜਾ ਰਹੇ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੂੰ ਜੀ ਆਇਆਂ ਕਹਿੰਦੇ ਆ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਆਇਆਂ ਨੂੰ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਪਾਲ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਪ੍ਰੋਗਰਾਮ ਖਬਰਸਾਰ ਦੇ ਵਿੱਚ ਤੁਹਾਡਾ ਵਿਸ਼ੇਸ਼ ਸਵਾਗਤ ਹੈ ਜੀ। ਧੰਨਵਾਦ ਜੀ। ਸਭ ਤੋਂ ਪਹਿਲਾਂ ਮੈਂ ਜਾਣਨਾ ਚਾਹੁੰਦਾ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜੀ, ਮਾਫ ਕਰਨਾ ਮੈਂ ਸ਼ੁਰੂਆਤ ਹੀ ਇੱਥੋਂ ਕਰਨ ਲੱਗਾ। ਮੈਂ ਗਲਤੀ ਨਾਲ ਸਮਝ ਲਓ ਜਾਂ ਸਹੀ ਸ਼ਬਦਾਂ ਸਮਝ ਲਓ SGPC। ਮੈਂ ਥੋੜਾ ਜਿਹਾ ਨੂੰ ਅਲੱਗ ਤਰੀਕੇ ਨਾਲ ਦੱਸਦਾ ਹੁੰਨਾ ਕਿ ਗੁਰਦੁਆਰਾ ਪ੍ਰਬੰਧਕ ਨਹੀਂ, ਗੁਰਦੁਆਰਾ ਗੋਲਕ ਪ੍ਰਬੰਧਕ ਕਮੇਟੀ ਹੈ ਜਿਹੜੀ ਗੋਲਕ ਦਾ ਪ੍ਰਬੰਧ ਕਰਦੀ ਹੈ। ਸਿੱਖ ਸਿਧਾਂਤ ਜਿੱਥੇ ਮਰਜੀ ਜਾਣ, ਸਿੱਖ ਜਿੱਥੇ ਮਰਜੀ ਕਲਪੀ ਜਾਣ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਪਤਾ ਨਹੀਂ। ਅੰਦਰ ਕਿਹੜੇ ਕਿਹੜੇ ਲੋਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਬੈਠੇ ਹੈ ਉਹਨਾਂ ਬਾਰੇ ਕੋਈ ਸ਼ੰਕਾ ਨਹੀਂ। ਸਿਰਫ ਤਾਂ ਸਿਰਫ ਇੱਕੋ ਇੱਕ ਚਿੰਤਾ ਹੈ ਕਿ ਗੋਲਕ ਨੂੰ ਵਧਾਉਣਾ ਕਿਵੇਂ ਹੈ ਤੇ ਗੋਲਕ ਦੀ ਦੁਰਵਰਤੋਂ ਕਿਵੇਂ ਕਰਨੀ, ਇੱਕੋ ਇੱਕ ਕੰਮ ਹੈ। ਇਹ ਚੌਥੇ ਦਿਨ ਕੀ ਪੌੜਾ ਪੈ ਜਾਂਦਾ ਉੱਥੇ। ਜੇ ਕੋਈ ਉੱਥੇ ਲੋਕ ਬੈਠੇ ਧਰਨਾ ਦੇ ਰਹੇ ਨੇ, ਫਿਰ ਉਸ ਧਰਨੇ ਦੇ ਵਿੱਚ ਮੁਸ਼ਕਲ ਕੀ ਆ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਧਰਨੇਕਾਰੀਆਂ ਦੀ ਕੋਈ ਜ਼ਿਆਦਤੀ ਸੀ? ਕਿਉਂਕਿ ਧਰਨੇਕਾਰੀਆਂ ਦੇ ਵਿੱਚ ਜਿਹੜੇ ਗਰੁੱਪ ਬੈਠੇ ਆ ਉਹਨਾਂ ਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ। ਸਤਿਕਾਰ ਕਮੇਟੀ ਵਾਲੇ ਕੋਈ ਦੁੱਧ ਧੋਤੇ ਨਹੀਂ। ਅਸੀਂ ਉਹਨਾਂ ਦੀਆਂ ਬਹੁਤ ਵਾਰੀ ਗੱਲਾਂ ਕਰਦੇ ਰਹੇ ਹਾਂ ਕਿ ਉਹ ਜਾ ਕੇ ਮਾੜੇ ਲੋਕਾਂ ਨੂੰ ਤਾਂ ਪੈਂਦੇ ਆ, ਜਿਹੜੀ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੂੰ ਪੈਂਦੇ ਨਹੀਂ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੈ ਗਏ ਨੇ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਵੱਡੀ ਤਾਕਤ ਹੈ ਸਿੱਖਾਂ ਦੀ। ਇਹਦੇ ਬਾਬਤ ਸਾਰਾ ਮਾਜਰਾ ਕੀ ਹੈ, ਇਹਦੇ ਬਾਰੇ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਜੀ। ਸਰਦਾਰ ਕੁਲਦੀਪ ਸਿੰਘ ਜੀ, ਮੇਰੀ ਭੈਣ ਬਲਜਿੰਦਰ ਕੌਰ ਜੀ, ਐਕਚੁਅਲੀ ਇਹਦੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ SGPC ਪਿਛਲੇ ਕੁਝ ਸਮੇਂ ਤੋਂ ਜਿਵੇਂ ਆਪਾਂ ਹਾਲਾਤ ਦੇਖਦੇ ਹਾਂ, ਔਰ ਵਿਸ਼ੇਸ਼ ਤੌਰ 'ਤੇ ਜੇ ਮੈਂ 1984 ਦੀ ਗੱਲ ਕਰਾਂ, ਉਸ ਤੋਂ ਮਗਰੋਂ ਜੋ ਸਾਡੇ ਇਸ ਦੇਸ਼ 'ਚ ਰਹਿੰਦਿਆਂ ਹੋਇਆਂ ਵੱਧ ਤੋਂ ਬੱਤਰ ਹਾਲਾਤ ਹੋਏ, ਉਹਦੇ ਵਿੱਚ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 100ਵਾਂ ਸਾਲ ਚੱਲ ਰਿਹਾ, ਇਸ ਕਰਕੇ ਆਪਾਂ ਨੂੰ ਥੋੜੀ ਜਿਹੀ ਉਹਦੇ ਪਿਛੋਕੜ ਦੀ ਗੱਲ ਕਰਨੀ ਪੈਣੀ ਹੈ। ਮੈਨੂੰ ਇਹ ਕਹਿਣ ਲੱਗਿਆ ਦੁੱਖ ਵੀ ਹੈ ਔਰ ਖੁਸ਼ੀ ਵੀ ਹੈ, ਸਮਝ ਨਹੀਂ ਲੱਗਦੀ ਕਿੱਦਾਂ ਬੋਲਾਂ। ਅੱਜ 100 ਸਾਲ ਹੋ ਗਏ ਸਾਡੀ ਇਸ ਸੰਸਥਾ ਨੂੰ। ਇਹ ਜਦੋਂ ਬਣੀ ਸੀ ਬੜੀਆਂ ਕੁਰਬਾਨੀਆਂ ਨਾਲ ਬਣੀ ਸੀ। ਇਹਦਾ ਪਿਛੋਕੜ ਜਿਹੜਾ ਉਹ ਬਹੁਤ ਕੁਰਬਾਨੀ ਵਾਲੇ ਲੋਕਾਂ ਦਾ ਸੀ, ਸ਼ਹੀਦਾਂ ਦਾ ਸੀ, ਜਿਨ੍ਹਾਂ ਨੇ ਸਾਡੇ ਗੁਰਧਾਮ ਆਜ਼ਾਦ ਕਰਵਾਏ। ਉਹਨਾਂ ਲੋਕਾਂ ਨੇ ਜਦੋਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਲਿਆਂਦੀ, ਉਸ ਵੇਲੇ ਬ੍ਰਿਟਿਸ਼ ਗਵਰਨਮੈਂਟ ਦਾ ਭਾਰਤ ਦੇ ਵਿੱਚ ਰਾਜ ਸੀਗਾ। ਉਸ ਵੇਲੇ ਹੀ ਅਸੀਂ ਜਦੋਂ ਆਪਣੇ ਗੁਰਧਾਮ ਆਜ਼ਾਦ ਕਰਵਾਏ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਜੀ। ਪਰ ਹੌਲੀ ਹੌਲੀ ਕੀ ਹੋਇਆ, ਮੈਂ ਕਈ ਵਾਰੀ ਅਕਸਰ ਇੱਕ ਗੱਲ ਜ਼ਰੂਰ ਸੋਚਦਾ ਹੁੰਦਾ, ਵਿਦੇਸ਼ਾਂ 'ਚ ਬੈਠੇ ਜਿਹੜੇ ਪੜ੍ਹਿਆ ਲਿਖਿਆ ਵਰਗ ਹੈ ਉਹ ਸ਼ਾਇਦ ਮੇਰੀ ਗੱਲ ਨਾਲ ਇਤਫਾਕ ਰੱਖੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਨਿਜ਼ਾਮ ਹੈ ਉਹਨੂੰ ਇਸ ਢੰਗ ਨਾਲ ਬਣਾਇਆ ਗਿਆ ਸੀ ਉਸ ਵੇਲੇ ਕਿ ਸਿੱਖ ਕੌਮ ਜਿਹੜੀ ਜੰਗਜੂ ਹੈ, ਜੁਝਾਰੂ ਹੈ, ਬੜੀ ਚੜ੍ਹਦੀ ਕਲਾ ਵਾਲੀ, ਇਹਨਾਂ ਦੀਆਂ ਰਗਾਂ ਦਾ ਖੂਨ ਬੜਾ ਗਰਮ ਹੈ, ਇਹ ਆਪਸੀ ਗੁਰਦੁਆਰਿਆਂ ਦੇ ਮਸਲਿਆਂ 'ਚ ਉਲਝ ਕੇ ਰਹਿ ਜਾਣ ਤੇ ਇਹ ਬ੍ਰਿਟਿਸ਼ ਗਵਰਨਮੈਂਟ ਦੇ ਨਾਲ ਉਸ ਲੈਵਲ ਦੇ ਉੱਤੇ ਕੋਈ ਪੰਗਾ ਕ੍ਰੀਏਟ ਨਾ ਕਰ ਜੀ। ਸੋ ਮੈਨੂੰ ਇੰਝ ਲੱਗਦਾ ਵੀ ਸ਼ਾਇਦ ਸਾਡੇ ਨਾਲ ਏਦਾਂ ਬੀਤੀ ਕਿ ਸਾਡੀ ਜਿਹੜੀ ਸਿੱਖ ਕੌਮ ਦੀ ਲੀਡਰਸ਼ਿਪ ਸੀਗੀ, ਉਹਨੇ ਆਪਣੇ ਹੱਕਾਂ ਦੀ ਗੱਲ ਕਰਨ ਦੀ ਬਜਾਏ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੋਲਕ ਪ੍ਰਬੰਧਕ ਕਮੇਟੀ ਹੋ ਗਈ ਤੇ ਉਹਦਾ ਜਿਹੜਾ ਪੂਰਾ ਫੋਕਸ ਹੈ ਉਹ ਕੌਮ ਨੂੰ ਇੰਟਰਨੈਸ਼ਨਲ ਲੈਵਲ ਦੇ ਵਿੱਚ ਜਾਂ ਪੂਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਸਿਧਾਂਤਾਂ ਨੂੰ ਹਰ ਕੌਮ ਆਪਣੀ ਚੜ੍ਹਦੀ ਕਲਾ ਲਈ ਸੋਚ ਰਹੀ ਹੈ। ਯਹੂਦੀਆਂ ਨੇ ਕਿੱਦਾਂ ਤਰੱਕੀ ਕੀਤੀ, ਘੱਟ ਗਿਣਤੀ ਹੈ ਉਹ ਵੀ, ਇਸਲਾਮ ਨੇ ਕਿਵੇਂ ਤਰੱਕੀ ਕੀਤੀ, ਕ੍ਰਿਸਚੈਨਿਟੀ ਨੇ ਪੂਰੀ ਦੁਨੀਆ 'ਚ ਕਿਵੇਂ ਝੰਡੇ ਬੁਲੰਦ ਕੀਤੇ, ਉਹ ਚੀਜ਼ਾਂ ਉਹਨਾਂ ਦੇ ਆਗੂ ਕਰਿਆ ਕਰਦੇ ਨੇ। ਤੇ ਇਹ ਕਮੇਟੀ ਦੇ ਜਿਹੜੇ ਹਮੇਸ਼ਾ ਮਾਲਕ ਰਹੇ ਜਾਂ ਜਿਹੜੇ ਪੰਥ ਦੇ ਆਗੂ ਸੀਗੇ, ਉਹਨਾਂ ਨੇ ਹਮੇਸ਼ਾ ਗੋਲਕ ਦੇ ਪ੍ਰਬੰਧ ਦੇ ਚੱਕਰ 'ਚ ਇੱਕ ਦੂਜੇ ਨੂੰ ਨੀਵਾਂ ਦਿਖਾਉਣਾ ਜਾਂ ਧੜੇ ਬੰਦੀਆਂ, ਛੋਟੇ ਛੋਟੇ ਧੜਿਆਂ 'ਚ ਕੌਮ ਵੰਡੀ ਗਈ। ਇਹ ਇੱਕ ਸੈਟਬੈਕ ਜ਼ਰੂਰ ਰਿਹਾ, ਪਰ ਇੱਕ ਗੱਲ ਕਲੀਅਰ ਸੀਗੀ ਕਿ ਜਿੰਨੇ ਵੀ ਲੋਕ ਸੀਗੇ ਉਹ ਪੰਥ ਪ੍ਰਸਤੀ ਸੀਗੀ। ਉਹ ਕਮ ਸੇ ਕਮ ਜੋ ਮਰਜ਼ੀ ਕਰਦੇ ਸੀ, ਪੈਸਿਆਂ ਵਾਸਤੇ ਅੱਗਾ ਪਿੱਛਾ ਕਰਦੇ ਸੀ ਜਾਂ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਿਕ ਅਹੁਦੇ ਲੈਣ ਲਈ ਵਰਤਦੇ ਸੀ, ਸਰਕਾਰਾਂ ਬਣਾਉਣ ਲਈ ਵਰਤਦੇ ਸੀ, ਪਰ ਆਪਣੇ ਗੁਰੂ ਨੂੰ ਵੇਚਦੇ ਨਹੀਂ ਸੀ ਕਦੇ। ਇਹ ਗੱਲ ਜ਼ਰੂਰ ਸੀ, ਬਿਲਕੁਲ ਮੰਨਣ ਵਾਲੀ। ਜੇ ਆਪਾਂ ਪੁਰਾਤਨ ਇਤਿਹਾਸ ਦੇਖੀਏ ਤਾਂ
ਉੱਥੇ ਇਹ ਜ਼ਰੂਰ ਸੀਗਾ ਵੀ ਕਿਤੇ ਥੋੜੀ ਬਹੁਤੀ ਸਿਧਾਂਤਾਂ ਦੀ ਅਵਗਿਆ ਹੋਏਗੀ ਜਾਂ ਕਿਤੇ ਲਿਟਰੇਚਰ ਦੇ ਵਿੱਚ ਕੁਝ ਅਪ ਐਂਡ ਡਾਊਨ ਇਦਾਂ ਦਾ ਚੱਲਿਆ ਹੋਊਗਾ, ਜਾਂ ਇੰਜ ਕਹਿ ਲਓ ਵੀ ਜਿੰਨਾ ਅਸੀਂ ਐਕਸਪੈਕਟ ਕਰਦੇ ਹਾਂ ਕਿ ਉਹ ਇੰਟਰਨੈਸ਼ਨਲ ਲੈਵਲ 'ਚ ਕੌਮ ਦੀ ਤਰੱਕੀ ਲਈ ਉਹਨਾਂ ਕੰਮ ਕਰਦੇ, ਉਹਨਾਂ ਨਹੀਂ ਕੀਤਾ। ਪਰ ਜਿਹੜਾ ਨਿਜ਼ਾਮ ਬਾਦਲਾਂ ਦਾ ਕਰਕੇ 1984 ਤੋਂ ਬਾਅਦ ਜਿਨ੍ਹਾਂ ਹੱਥਾਂ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੂੰ ਸੋ ਕਾਲਡ ਸ਼੍ਰੋਮਣੀ ਅਕਾਲੀ ਦਲ ਬਾਦਲ ਕਿਹਾ ਗਿਆ, ਮੈਂ ਬਾਰ-ਬਾਰ ਇਹ ਸ਼ਬਦ ਤਾਂ ਵਰਤਾਂਗਾ ਕਿਉਂਕਿ ਜੜ ਨੂੰ ਫੜਨਾ ਚਾਹੀਦਾ। ਉੱਥੇ ਬੈਠੇ ਹੋਏ ਵਿਚਾਰੇ ਮੁਲਾਜ਼ਮ, ਨੋ ਡਾਊਟ ਅੱਜ ਉਹਨਾਂ ਦਾ IT ਸੈੱਲ ਸਵੇਰ ਦਾ ਖੋਸੇ ਨੂੰ ਨਸ਼ੇੜੀ ਸਿੱਧ ਕਰਨ ਤੇ ਤੁਲਿਆ ਹੋਇਆ ਹੈ, ਉਹਨਾਂ ਦਾ IT ਸੈੱਲ ਸਵੇਰ ਦਾ ਸਰਕਾਰ ਕਮੇਟੀਆਂ ਭੰਡਣ ਤੇ ਤੁਲਿਆ ਹੋਇਆ। ਅਸੀਂ ਮੰਨਦੇ ਹਾਂ ਉਹਨਾਂ 'ਚੋਂ ਹੁਣਤਾਈਆਂ ਹੋ ਸਕਦੀਆਂ ਨੇ, ਪਰ ਇਹਨਾਂ ਹੁਣਤਾਈਆਂ ਦੇ ਨਾਲ 328 ਸਰੂਪ ਵਾਪਸ ਨਹੀਂ ਆ ਜਾਣੇ। ਉਹਨਾਂ ਦਾ ਹਿਸਾਬ ਤਾਂ ਜਿੱਦਾਂ ਦੇਣਾ ਉਦਾਂ ਦੇਣਾ ਹੀ ਪੈਣਾ। ਸੋ ਵੀਰ ਜੀ, ਮੈਨੂੰ ਇੰਝ ਲੱਗਦਾ ਕਿ ਪਿਛਲੇ ਦਿਨਾਂ 'ਚ ਇਹ ਕੌਮ ਦੀਆਂ ਨਲੈਕੀਆਂ ਵੀ ਆ। ਮੈਂ ਕਿਸੇ ਨੂੰ ਦੋਸ਼ ਦੇਣ ਤੋਂ ਪਹਿਲਾਂ ਅਸੀਂ ਆਪਣੀ ਪੀੜ੍ਹੀ ਥੱਲੇ ਸੋਟਾ ਫੇਰੀਏ, ਜਿੰਨੇ ਵੀ ਅੱਜ ਰੋ ਰਹੇ ਆ, ਕਲਪ ਰਹੇ ਆ। ਅਸੀਂ ਵੋਟਾਂ ਪਾ ਕੇ ਇਹਨਾਂ ਨੂੰ ਚੁਣਿਆ, ਇਹਨਾਂ ਨੂੰ ਨੁਮਾਇੰਦੇ ਬਣਾਇਆ, ਇਹਨਾਂ ਨੂੰ ਰਾਈਟਸ ਦਿੱਤੇ, ਅਧਿਕਾਰ ਦਿੱਤੇ ਕਿ ਤੁਸੀਂ ਗੁਰਦੁਆਰਾ ਪ੍ਰਬੰਧ ਸੰਭਾਲੋ, ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਛਪਾਈ ਹੈ ਉਹਦਾ ਕਾਰਜ ਲਓ, ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦਾ ਕਾਰਜ ਲਓ। ਸੋ ਹੌਲੀ ਹੌਲੀ ਕੀ ਹੋਇਆ ਕਿ ਜਦੋਂ ਇੱਕ ਸਭ ਤੋਂ ਵੱਡਾ ਸੈਟਬੈਕ ਹੁੰਦਾ ਜੀ ਡੈਮੋਕ੍ਰੇਸੀ ਦੇ ਵਿੱਚ, ਜਦੋਂ ਆਪੋਜੀਸ਼ਨ ਨਹੀਂ ਹੁੰਦੀ। ਸੋ ਇਹ ਕੌਮ ਦੀ ਵੱਡੀ ਨਲਾਇਕੀ ਸੀ। ਜਿਵੇਂ ਅੱਜ ਆਪਾਂ ਕਲਪ ਰਹੇ ਹਾਂ ਕਿ ਮੋਦੀ ਕੋਲ ਬਹੁਮਤ ਹੈ ਤੇ ਉਹ ਸਭ ਕੁਝ ਆਪਣੇ ਨਿੱਜੀ ਹਿੱਤਾਂ ਖਾਤਰ ਜਾਂ ਆਪਣੇ ਯਾਰਾਂ ਦੇ, ਜਿਨ੍ਹਾਂ ਨੇ ਉਹਦੇ ਤੇ 5000 ਕਰੋੜ ਉਸ ਵੇਲੇ ਇਨਵੈਸਟ ਕੀਤਾ ਸੀ, ਉਹਨਾਂ ਦੇ ਨਿੱਜੀ ਹਿੱਤਾਂ ਖਾਤਰ ਦੇਸ਼ ਵੇਚ ਰਿਹਾ। ਉਦਾਂ ਹੀ ਇੱਥੇ ਵੀ ਇੱਕੋ ਧੜੇ ਦੇ ਸਾਰੇ ਮੈਂਬਰ ਬਣ ਗਏ। 5-7 ਮੈਂਬਰ ਵਿਰੋਧੀ ਧਿਰ ਦੇ ਸੀਗੇ। ਹੁਣ ਤੁਸੀਂ ਦੇਖੋ, ਜੇ 125 ਮੈਂਬਰ ਇਹਨਾਂ ਦਾ ਇੱਕ ਪਾਸੇ ਹੋਊਗਾ ਤੇ 5-7 ਦੀ ਵਕਤ ਨਹੀਂ ਹੋਏਗੀ। ਕੋਈ ਵਕਤ ਨਹੀਂ। ਵਜ੍ਹਾ ਕਰਕੇ ਹੋਇਆ ਕਿ ਇਹਨਾਂ ਨੇ ਚੰਮ ਦੀਆਂ ਚਲਾਉਣੀਆਂ ਸ਼ੁਰੂ ਕਰਤੀਆਂ। ਇਹ ਸਰੂਪਿਆਂ ਦੇ ਘਪਲੇ ਕਰਦੇ ਸੀ ਭੈਣ ਜੀ। ਇਹ ਕੜਾਹ ਦੇ ਵਿੱਚ ਜਿਹੜਾ ਦੇਸੀ ਘਿਓ ਪੈਂਦਾ ਉਹਦੇ ਘਪਲੇ ਕਰਦੇ ਸੀ। ਇਹ ਸਬਜ਼ੀਆਂ ਦੇ ਘਪਲੇ ਕਰਦੇ ਸੀ। ਇਹ ਇੱਥੋਂ ਵੱਧਦੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪਾਂ ਦੇ ਘਪਲਿਆਂ ਤੇ ਆ ਗਏ। ਸੋ ਹੋਇਆ ਕੀ ਕਿ ਆਪੋਜੀਸ਼ਨ ਸਟਰੋਂਗ ਹੈ ਨਹੀਂ ਸੀ। ਤੇ ਪਿਛਲੇ 5 ਸਾਲ ਤੋਂ, ਜੇ ਉਦਾਂ ਵੇਖੀਏ ਤੇ 10 ਸਾਲ ਤੋਂ ਇਲੈਕਸ਼ਨ ਨਹੀਂ ਹੋਈ। ਕਾਨੂੰਨੀ ਘੁੰਡੀਆਂ ਦਾ ਪੇਚਾਂ 'ਚ ਫਸਾ ਲਿਆ। ਸੈਂਟਰ ਨੂੰ ਫਿੱਟ ਬਹਿੰਦਾ ਸੀ, ਠੀਕ ਹੈ। ਅਕਾਲੀ ਦਲ ਦੀ ਸੈਂਟਰ ਨਾਲ ਭਾਈਵਾਲੀ ਸੀ। ਇਸ ਕਰਕੇ ਉਹ ਜੋ ਮਨ ਮਰਜ਼ੀਆਂ ਕਰ ਸਕਦੇ ਸੀ, ਉਹਨਾਂ ਨੇ ਆਪਣੀਆਂ ਕੀਤੀਆਂ। ਕੁਝ ਸਾਲ ਜਦੋਂ ਮੱਕੜ ਦਾ ਵੇਲਾ ਸੀਗਾ, ਅਵਤਾਰ ਸਿੰਘ ਮੱਕੜ ਦਾ, ਉਸ ਵੇਲੇ ਵੀ ਬਹੁਤ ਸਾਰੀਆਂ ਧਾਂਦਲੀਆਂ ਹੋਈਆਂ। ਪਰ ਕਹਾਣੀ ਕੀ ਸੀਗੀ ਕਿ ਉਸ ਵੇਲੇ ਕੋਰਟ ਵਿੱਚ ਕੇਸ ਸੀਗਾ ਸਹਿਜਧਾਰੀ ਮਸਲੇ ਵਾਲਾ, ਇਹਨਾਂ ਚੰਮ ਦੀਆਂ ਲਾਈਆਂ। ਪਰ ਅੱਜ ਦੁੱਖ ਹੁੰਦਾ ਕਿ ਇਹ ਚੁਣੀ ਹੋਈ ਨੁਮਾਇੰਦਾ ਜਥੇਬੰਦੀ ਹੈ, ਔਰ ਇਹਨਾਂ ਦਾ ਜਿਹੜਾ ਪ੍ਰਧਾਨ ਹੈ ਸ਼੍ਰੋਮਣੀ ਕਮੇਟੀ ਦਾ ਵੀ ਤੇ ਅਕਾਲੀ ਦਲ ਦਾ ਵੀ, ਕਿਉਂਕਿ ਪਾਰਟੀ ਵੀ ਵਿੱਚ ਹੀ ਹੈ ਤੇ ਇਹ ਸ਼੍ਰੋਮਣੀ ਕਮੇਟੀ, ਇਹਨਾਂ ਦੇ ਦੋਵੇਂ ਪ੍ਰਧਾਨ ਬਾਰ-ਬਾਰ ਇੱਕ ਗੱਲ ਕਹਿੰਦੇ ਆ ਕਿ ਸਿੱਖਾਂ ਦੀ ਮਿੰਨੀ ਪਾਰਲੀਮੈਂਟ, ਸਿੱਖਾਂ ਦੀ ਨੁਮਾਇੰਦਾ ਜਮਾਤ ਅਕਾਲੀ ਦਲ। ਜਦੋਂ ਤੁਸੀਂ ਸਿੱਖਾਂ ਦੀ ਪਾਰਲੀਮੈਂਟ ਖਵਾਉਂਦੇ ਹੋ, ਮਿੰਨੀ ਜਮਾਤ ਨੁਮਾਇੰਦਾ ਜਮਾਤ ਖਵਾਉਂਦੇ ਹੋ, ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਜਿਹੜਾ ਰਿਕਾਰਡ ਰੱਖਣਾ ਸੀ, ਜਾਂ ਜੇ ਉਸ ਵੇਲੇ ਜੋ ਕਾਨੂੰਨ ਬਣਿਆ ਸੀਗਾ, ਮੇਰੇ ਕੋਲ ਬਿਲਕੁਲ ਉਹ ਮੈਂ ਵੀਰ ਜੀ ਨੂੰ ਭੇਜਿਆ ਵੀ ਹੋਇਆ ਸੀ ਅੱਗੇ ਟਾਕ ਸ਼ੋਅ 'ਚ ਵੀ, ਕਿ ਐਕਟ ਬਣਿਆ, ਜਿਸ ਐਕਟ ਦੇ ਤਹਿਤ ਇੱਕ ਬਿਲਕੁਲ ਗਵਰਨਮੈਂਟ ਇਨਵੋਲਵਡ ਸੀ। ਉਹਦੇ ਵਿੱਚ ਇੱਕ ਐਕਟ ਬਣਿਆ ਪ੍ਰੋਪਰ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੱਦਾਂ ਸਤਿਕਾਰ, ਕਿੱਦਾਂ ਇਹ ਸਾਰਾ ਸਿਸਟਮ ਬਣੂਗਾ। ਉਹ ਸਿਸਟਮ ਡਿਵੈਲਪ ਕੀਤਾ ਸੀ ਕਿ ਗੁਰੂ ਦੀਆਂ ਬੇਅਦਬੀਆਂ ਨਾ ਹੋਣ। ਪਰ ਇਹਨਾਂ ਨੇ ਜਿਹੜੇ ਰਾਖੇ ਬਿਠਾਏ ਸੀਗੇ, ਜਿਹੜੀ ਬਾੜ ਹੀ ਖੇਤ ਨੂੰ ਖਾ ਗਈ, ਜਿਨ੍ਹਾਂ ਦੀ ਡਿਊਟੀ ਲੱਗੀ ਸੀ, ਜਿਹੜੇ ਤਨਖਾਹਾਂ 50,000 ਤੋਂ ਲੈ ਕੇ 70,000 ਜਿਨ੍ਹਾਂ ਦੀਆਂ ਤਨਖਾਹਾਂ ਸੀਗੀਆਂ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਤਿਕਾਰ ਮੇਨਟੇਨ ਕਰਕੇ ਰੱਖਿਓ, ਕਿਹਨੂੰ ਦੇਣਾ ਹੈ, ਕਿੱਥੇ ਪਹੁੰਚਣਾ ਚਾਹੀਦਾ, ਉੱਥੇ ਕੀ ਸਤਿਕਾਰ ਦੇ ਪ੍ਰਬੰਧ ਚਾਹੀਦੇ, ਕਿੰਨੇ ਲੋਕ ਲੈ ਕੇ ਜਾਣਗੇ, ਕਿੰਨੇ ਛੱਡ ਕੇ ਆਉਣਗੇ, ਉਹ ਸਾਰੀਆਂ ਚੀਜ਼ਾਂ ਦੇਖਣਾ ਇਹਨਾਂ ਬੰਦਿਆਂ ਦਾ ਕੰਮ ਸੀਗਾ। ਪਰ ਇਹਨਾਂ ਨੇ ਨਲਾਇਕੀਆਂ ਵਰਤੀਆਂ ਤੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਉਹ ਬਕਾਇਦਾ ਪੜਤਾਲ ਕਰਵਾਈ ਗਈ, ਜਿਹਦੇ ਵਿੱਚ ਇਹ ਸਾਰਾ ਲੌਂਗਲਾਣਾ ਦੋਸ਼ੀ ਪਾਇਆ ਗਿਆ। ਪਹਿਲਾਂ ਪ੍ਰਧਾਨ ਨੇ ਕਿਹਾ ਕਿ ਐਕਸ਼ਨ ਅਸੀਂ ਆਪ ਲਵਾਂਗੇ, ਫਿਰ ਅਕਾਲ ਤਖਤ ਸਾਹਿਬ ਐਕਸ਼ਨ ਲਊਗਾ। ਅਕਾਲ ਤਖਤ ਸਾਹਿਬ ਨੇ ਕਿਹਾ ਕਿ ਸਾਡੇ ਅਧਿਕਾਰ ਖੇਤਰ 'ਚ ਨਹੀਂ ਆਉਂਦਾ, ਐਕਸ਼ਨ ਸ਼੍ਰੋਮਣੀ ਕਮੇਟੀ ਲਊਗੀ। ਸੇਕਾ ਬਾਦਲਾਂ ਤੱਕ ਜਾ ਰਿਹਾ ਸੀ ਤੇ ਬਾਦਲਾਂ ਨੇ ਚੰਡੀਗੜ੍ਹੋਂ ਇਹਨਾਂ ਨੂੰ ਇੱਕ ਕੰਨ ਮਰੋੜੇ ਵੀ ਸੇਕਾ ਸਾਡੇ ਤੱਕ ਨਹੀਂ ਪਹੁੰਚਣਾ ਚਾਹੀਦਾ, ਸੇਕਾ ਥੱਲੇ ਨਿਬੇੜੋ। ਤੱਤੇ ਘਾਹ ਆਉਂਦਿਆਂ ਨੇ ਪ੍ਰੈਸ ਕਾਨਫਰੰਸ ਕਰਕੇ ਕਹਿਤਾ ਕਿ ਫੌਜਦਾਰੀ ਮੁਕੱਦਮੇ ਹੋਣਗੇ। ਫਿਰ ਮਗਰੋਂ ਸਮਝ ਲੱਗੀ ਵੀ ਨਹੀਂ ਫੌਜਦਾਰੀ ਮੁਕੱਦਮੇ ਹੋਣਗੇ ਤਾਂ ਮੁਲਾਜ਼ਮ ਸਾਡੇ ਨਾਲ ਲੈ ਦੇਣਗੇ। ਮੁਲਾਜ਼ਮਾਂ ਨੇ ਕਿਹਾ ਵੀ ਜੇ ਸਾਡੇ ਉੱਤੇ ਫੌਜਦਾਰੀ ਮੁਕੱਦਮੇ ਹੋਣ ਤੁਸੀਂ ਬਚੋਗੇ, ਦੋਸ਼ੀ ਤਾਂ ਅਸੀਂ ਰਹਾਂਗੇ।
ਫਿਰ ਉਸੇ ਵੇਲੇ ਸਾਰਾ ਕੁਝ ਬਦਲ ਕੇ ਕਹਿਤਾ ਜੀ ਨਹੀਂ ਜੀ ਨਹੀਂ, ਅਸੀਂ ਆਪੇ ਹੀ ਸਾਰਾ ਕੁਝ ਕਰਾਂਗੇ। ਇਹ ਪੁਲਿਸ ਕੌਣ ਹੁੰਦੀ ਦਖਲਅੰਦਾਜ਼ੀ ਕਰਨ ਵਾਲੀ? ਅੱਜ ਪਰਚੇ ਕਰਾਤੇ ਸਿੰਘਾਂ ਤੇ, ਕਹਿੰਦੇ ਜੀ ਪੁਲਿਸ ਕਾਰਵਾਈ ਕਰੇਗੀ। ਸੋ ਮੈਨੂੰ ਸਮਝ ਹੀ ਨਹੀਂ ਆ ਰਿਹਾ ਕਿ ਇਹ ਕੌਮ ਦੇ ਆਗੂ ਕਿੱਦਾਂ ਬਣ ਗਏ। ਇਹ ਲੀਡਰਾਂ ਦੇ ਡਰਾਈਵਰ ਸੀ, ਕੋਈ ਕਿਸੇ ਦੇ ਘਰੇ ਚਾਹ ਫੜਾਉਂਦਾ ਸੀ। ਸੋ ਆਪਦੇ ਫੀਲੇ ਜਾਣ ਕੇ ਉਹਨਾਂ ਨੇ ਇਹ ਮੈਂਬਰੀਆਂ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਸੀ ਇਹਨਾਂ ਨੂੰ ਖਰਾਤ ਵਿੱਚ ਦਿੱਤੀਆਂ ਸੀਗੀਆਂ। ਇਹ ਅੱਜ ਕੌਮ ਦੇ ਉੱਚ ਜਿਹੜੀਆਂ ਕੁਰਸੀਆਂ ਸੀ ਉਹਨਾਂ ਤੇ ਬੈਠ ਕੇ ਆਪਣੀ ਅਕਲ ਦਾ ਜਨਾਜ਼ਾ ਕੱਢ ਰਹੇ ਨੇ ਤੇ ਪੂਰੀ ਕੌਮ ਦੇ ਸਾਹਮਣੇ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਸਾਹਮਣੇ ਸਾਡੀ ਨੌਜਵਾਨ ਪੀੜ੍ਹੀ ਨੂੰ ਸ਼ਰਮਸਾਰ ਕਰ ਰਹੇ ਨੇ ਕਿ ਕੀ ਸਾਡੇ ਆਗੂਆਂ ਦਾ ਕਿਰਦਾਰ ਹੈ ਆਪਣਾ ਗੁਰੂ ਵੇਚ ਕੇ, ਆਪਣੇ ਗੁਰੂ ਦੇ ਨਾਂ ਤੇ ਤਮਾਸ਼ੇ ਕਰਕੇ। ਤੇ ਅੱਜ ਜੋ ਟੀਵੀ ਨੇ ਦੇਖਿਆ, ਮੈਂ ਇਹਦੇ ਚ ਕੋਈ ਦੋ ਰਾਏ ਨਹੀਂ ਮੈਨੂੰ ਇਹ ਕਹਿਣ ਲੱਗਿਆ ਕਿ ਨੋ ਡਾਊਟ ਮੈਂ ਇਨ ਪਰਸਨ ਮੰਨਦਾ, ਮੇਰਾ ਬੜਾ ਸਤਿਕਾਰ ਤੇ ਮੇਰਾ ਉਹਦੇ ਨਾਲ ਪਿਆਰ ਵੀ ਹੈ ਖੋਸਾ ਹੋਣਾ ਦੇ ਨਾਲ, ਪਰ ਮੈਂ ਇੱਕ ਚੀਜ਼ ਜ਼ਰੂਰ ਮਹਿਸੂਸ ਕਰਦਾ ਕਿ ਜਦੋਂ ਸੰਘਰਸ਼ ਵੱਡਾ ਹੋਵੇ ਤੇ ਉਹਦੇ ਵਿੱਚੋਂ ਕੁਝ ਕੱਢਣਾ ਹੋਵੇ ਤੇ ਫਿਰ ਇਦਾਂ ਦੀਆਂ ਜਿਹੜੀਆਂ ਆਪ ਖੁਦਰੀਆਂ ਤੇ ਖੁਸ਼ੇਪਣ ਦੀਆਂ ਚੀਜ਼ਾਂ ਉਹ ਨਹੀਂ ਸੀ ਕਰਨੀਆਂ ਚਾਹੀਦੀਆਂ। ਵਧੀਆ ਮੋੜ ਚੱਲ ਰਿਹਾ ਸੀਗਾ ਜੀ। ਵੀਰ ਜੀ ਇੱਕ ਗੱਲ ਤੁਹਾਤੋਂ ਪੁੱਛਣਾ ਚਾਹਾਂਗੇ, ਤੁਸੀਂ ਹੁਣ ਸੁਖਜੀਤ ਸਿੰਘ ਖੋਸਾ ਹੋਣਾ ਦਾ ਨਾਂ ਲਿਆ ਔਰ ਇਹ ਪਹਿਲਾਂ ਵੀ ਬੜਾ ਵਿਵਾਦਾਂ 'ਚ ਘਿਰ ਚੁੱਕੇ ਨੇ ਔਰ ਤੁਹਾਨੂੰ ਕੀ ਕਹਿਣਾ ਚਾਹੋਗੇ? ਕੀ ਲੱਗਦਾ ਕਿ ਕਿੰਨਾ ਕੁ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਨੇ ਕਿ ਹਰ ਵਾਰੀ ਕੁਛ ਨਾ ਕੁਛ ਜਦੋਂ ਆਉਂਦਾ ਆ ਤੇ ਇਹੋ ਜਿਹੇ ਵਿਵਾਦਾਂ 'ਚ ਘਿਰ ਜਾਂਦੇ ਹੈਗੇ ਆ? ਸੋ ਥੋੜਾ ਜਿਹਾ ਇਹਦੇ ਬਾਰੇ ਦੱਸੋ ਕਿ ਵਾਕਿਆ ਹੀ ਗੁਰੂ ਸਾਹਿਬ ਦਾ ਸਤਿਕਾਰ ਕਰਦੇ ਨੇ। ਜਿਹੜੀ ਗੱਲ ਵੀਰ ਜੀ ਕੁਲਦੀਪ ਸਿੰਘ ਹੋਣਾ ਨੇ ਕਹੀ ਸੀ ਨਾ ਭੈਣੇ, ਉਹ ਮੈਨੂੰ ਜ਼ਿਆਦਾ ਸਾਰਥਕ ਹੈ ਕਿ ਬੇਸਿਕਲੀ ਨਾ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਜਾਰੀ ਹੋਇਆ ਸੀਗਾ ਵੀ ਮੜੀਆਂ ਕਬਰਾਂ ਜਾਂ ਅਨਮਤੀ ਥਾਵਾਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਨਹੀਂ ਜਾਏਗਾ। ਹੁਣ ਚਾਹੀਦਾ ਸੀ ਇਹ ਸੀਗਾ ਵੀ ਉਹਨੂੰ ਸ਼੍ਰੋਮਣੀ ਕਮੇਟੀ ਇੱਕ ਲਾਅ ਬਣਵਾਉਂਦੀ, ਜਿਵੇਂ ਅਕਾਲ ਤਖਤ ਸਾਹਿਬ ਨੇ ਭਰੂਣ ਹੱਤਿਆ ਦੇ ਖਿਲਾਫ ਫੀਮੇਲ ਕਹਿੰਦੇ ਨਾ ਵੀ ਜਿਹੜੀ ਮਾਦਾ ਭਰੂਣ ਹੱਤਿਆ ਦੇ ਖਿਲਾਫ ਅਕਾਲ ਤਖਤ ਸਾਹਿਬ ਨੇ ਹੁਕਮਨਾਮਾ ਜਾਰੀ ਕੀਤਾ, ਉਸ ਤੋਂ ਬਾਅਦ ਸਰਕਾਰ ਨੇ ਉਹ ਕਾਨੂੰਨ ਬਣਾਇਆ। ਜੇ ਤਾਂ ਇਹਦੇ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਕਾਨੂੰਨ ਬਣ ਜਾਂਦਾ, ਉਸ ਵੇਲੇ ਬਾਦਲਾਂ ਦੀ ਸਰਕਾਰ ਹੀ ਜੇ ਪੰਥ ਦੇ ਸੁਹਿਰਦ ਹੁੰਦੇ ਇਹ ਕਾਨੂੰਨ ਬਣਾ ਦਿੰਦੇ ਤੇ ਲੜਾਈ ਜਿਹੜੀ ਹੈ ਉਹ ਸਰਕਾਰ ਵੀ ਵਿੱਚ ਇਨਵੋਲਵ ਹੋ ਕੇ ਲੜ ਸਕਦੀ ਸੀ ਵੀ ਇੱਥੇ ਗੁਰੂ ਸਾਹਿਬ ਦਾ ਸਰੂਪ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ। ਹੋਇਆ ਕਿ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਸੀ ਤੇ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਕਮੇਟੀ ਦੀ ਇਹ ਟਾਸਕ ਫੋਰਸ ਅੱਜ ਤੱਕ ਦੱਸਦੇ ਕਿ ਇੱਕ ਵਾਰੀ ਵੀ ਜਾ ਕੇ ਕਿਸੇ ਮੜੀ ਤੇ ਕਬਰ ਤੋਂ ਜਾ ਕੇ ਇਹ ਸਤਿਗੁਰੂ ਜੀ ਦਾ ਸਰੂਪ ਲੈ ਕੇ ਆਏ। ਬਿਲਕੁਲ ਨਹੀਂ ਹੋਇਆ ਕਿ ਜਦੋਂ ਇਹ ਸਰੂਪ ਏਦਾਂ ਹੀ ਜਾਣੇ ਸ਼ੁਰੂ ਹੋ ਗਏ, ਉੱਥੇ ਰਾਜਨੀਤਿਕ ਪਾਰਟੀਆਂ ਇਨਵੋਲਵਡ ਸੀ, ਅਕਾਲੀਆਂ ਦੇ ਬੰਦੇ ਵੀ ਇਨਵੋਲਵਡ ਸੀ ਤੇ ਇਸ ਕਰਕੇ ਇਹ ਸਤਿਕਾਰ ਕਮੇਟੀਆਂ ਹੋਂਦ ਵਿੱਚ ਆਈਆਂ ਕਿ ਜਿੰਨਾ ਸੁਹਿਰਦ ਵੀਰਾਂ ਨੇ ਜਾਂ ਇੰਜ ਕਹਿ ਲਓ ਉਹਦੇ ਵਿੱਚ ਓਬਵੀਅਸਲੀ ਹੋਏਗਾ ਕਿ ਜਦੋਂ ਕਿਤੇ ਚੌਧਰ ਦਾ ਮਸਲਾ ਹੋਏਗਾ ਤੇ ਕਈ ਮੇਰੇ ਵਰਗੇ ਸ਼ਰਾਰਤੀ ਅਨਸਰ ਜਿਹੜੇ ਅਟੈਂਸ਼ਨ ਸੀਕਰ ਹੋਣਗੇ ਉਹ ਵੀ ਇਨਵੋਲਵ ਹੋਣਗੇ ਵਿੱਚ। ਸੋ ਹੌਲੀ ਹੌਲੀ ਇਦਾਂ ਦੀਆਂ ਕਮੇਟੀਆਂ ਬਣ ਗਈਆਂ ਕਿ ਜਿਹੜੀਆਂ ਇਸ ਗੱਲ ਦਾ ਧਿਆਨ ਰੱਖਦੀਆਂ ਸੀ ਵੀ ਕਿੱਥੇ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਦੀ ਬੇਅਦਬੀ ਹੋ। ਉਹਦੇ ਵਿੱਚ ਬਹੁਤ ਸਾਰੀਆਂ ਮੈਂ ਪਹਿਲਾਂ ਹੀ ਕਿਹਾ ਕਿ ਚੰਗੇ ਲੋਕ ਵੀ ਹੁੰਦੇ ਆ ਪਰ ਸਮਾਂ ਪਾ ਕੇ ਜਦੋਂ ਚੰਗਿਆਂ ਨੂੰ ਲੱਗਦਾ ਵੀ ਸਾਡੀ ਨਹੀਂ ਚੱਲਦੀ ਕੋਈ ਪਿੱਛੇ ਹੋ ਜਾਂਦਾ, ਹੌਲੀ ਜਿਹੜੇ ਸ਼ਰਾਰਤੀ ਅਨਸਰ ਹੁੰਦੇ ਆ ਉਹ ਅੱਗੇ ਆ ਕੇ, ਜਿਵੇਂ ਸ਼੍ਰੋਮਣੀ ਕਮੇਟੀ 'ਚ ਵੀ ਹੋਇਆ ਏਦਾਂ ਸਤਿਕਾਰ ਕਮੇਟੀਆਂ 'ਚ ਵੀ ਹੈ ਕਿ ਟਾਈਮ ਪਾ ਕੇ ਕਈ ਵਾਰੀ ਗੰਦਲਾਪਨ ਜਿਹੜਾ ਉਹ ਸੰਸਥਾਵਾਂ 'ਚ ਆਉਂਦਾ। ਸੋ ਏਦਾਂ ਦੇ ਬਹੁਤ ਸਾਰੇ ਲੋਕ ਸੀਗੇ ਜਿਹੜੇ ਅੱਗੇ ਆਏ, ਪਰ ਹੁਣ ਮਸਲਾ ਇਹ ਸੀਗਾ ਕਿ ਜੇ ਕੋਈ ਵੀ ਆਵਾਜ਼ ਨਹੀਂ ਚੱਕੇਗਾ ਤਾਂ ਕਮ ਸੇ ਕਮ ਇਹ ਤਾਂ ਆਵਾਜ਼ ਚੱਕ ਹੀ ਰਹੇ ਸੀਗੇ ਥੋੜਾ ਬਹੁਤਾ ਤੇ ਇਹਨਾਂ ਦੀਆਂ ਜਿਹੜੀਆਂ ਔਣਤਾਈਆਂ ਸੀਗੀਆਂ ਉਹ ਪੰਥ ਹਮੇਸ਼ਾ ਨਜ਼ਰਅੰਦਾਜ਼ ਕਰਦਾ ਆਇਆ। ਬਹੁਤੀ ਵਾਰੀ ਸੋਸ਼ਲ ਮੀਡੀਆ ਤੇ ਟਰੋਲ ਜ਼ਰੂਰ ਹੁੰਦੀ ਰਹੀ ਕਿ ਸਤਿਕਾਰ ਕਮੇਟੀਆਂ ਏਦਾਂ ਲੋਕਾਂ ਨੂੰ ਕੁੱਟ ਰਹੀਆਂ ਜੀ, ਏਦਾਂ ਹੋ ਰਿਹਾ। ਤਾਂ ਸਿਆਣੇ ਬੰਦਿਆਂ ਨੇ ਕਿਹਾ ਵੀ ਏਦਾਂ ਨਹੀਂ ਕਰਨਾ ਚਾਹੀਦਾ, ਕਿਸੇ ਨੇ ਕਿਹਾ ਵੀ ਇਹ ਰੋਕੀ ਏਦਾਂ ਉਹਦੇ ਏਦਾਂ ਹੀ ਕਰਨਾ ਚਾਹੀਦਾ, ਪਰ ਉਹ ਕੋਈ ਠੋਸ ਕਦਮ ਜਿਹੜਾ ਉਹ ਨਹੀਂ ਚੱਕਿਆ। ਸੋ ਮੈਨੂੰ ਇੰਝ ਲੱਗਦਾ ਕਿ ਕਿਤੇ ਕਿਤੇ ਇਹਨਾਂ ਦੀ ਲੋੜ ਵੀ ਸੀਗੀ, ਪਰ ਇਹ ਜਦੋਂ ਆਪ ਮੁਹਾਰੇ ਹੋਏ ਜਾਂ ਇੰਝ ਇੱਕ ਸਭ ਤੋਂ ਵੱਡੀ ਗੱਲ ਹੁੰਦੀ ਭੈਣੇ ਕਿ ਅਕਾਲ ਤਖਤ ਸਾਹਿਬ ਇੱਕ ਕੁੰਡਾ ਹੈ ਸਾਰੀ ਸਮੁੱਚੀ ਕੌਮ ਦੇ ਉੱਤੇ, ਤੇ ਜਦੋਂ ਕੁੰਡਾ ਵੇਚੇਗਾ, ਕੁੰਡਾ ਸਰਸੇ ਵਾਲੇ ਨੂੰ ਮਾਫੀਆਂ ਦੇਗਾ ਤੇ ਥੱਲੇ ਕੇਡਰ ਦਾ ਕੀ ਬਣੇਗਾ? ਇੱਕ ਗੱਲ ਤੇ ਮੰਨਦੇ ਹੋ ਨਾ, ਸਵਾਲ ਇੱਥੇ ਹਾਂ ਸੁਪਰੀਮ ਕੋਰਟ ਦਾ ਜਿਹੜਾ ਚੀਫ ਜਸਟਿਸ ਹੈ ਉਹੀ ਕਾਨੂੰਨ ਦੀਆਂ ਧੱਜੀਆਂ ਉਡਾਏਗਾ ਤੇ ਥੱਲੇ ਕੀ ਬਣੇਗਾ? ਉਹੀ ਗੱਲ ਹੋਈ ਜਦੋਂ ਗੁਰਬਚਨ ਸਿੰਘ ਵਰਗੇ ਜਿਹੜੇ ਆ ਉਹਨੂੰ ਦੁਰਬਚਨ ਕਵਾਂਗੇ, ਉਹਦੇ ਵਰਗੇ ਅਕਾਲ ਤਖਤ ਦੇ ਜਥੇਦਾਰ ਜਾਂ ਗਿਆਨੀ ਪੂਰਨ ਸਿੰਘ ਵਰਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਟਿੱਚ ਜਾਣਨ ਲੱਗੇ, ਉਹਨਾਂ ਨੇ ਅਕਾਲ ਤਖਤ ਸਾਹਿਬ ਦੀਆਂ ਪਰੰਪਰਾਵਾਂ ਨੂੰ ਢਾਇਆ ਤੇ ਆਟੋਮੈਟਿਕ ਸੀਗਾ ਵੀ ਥੱਲੇ ਵਾਲੇ ਬੰਨੇ ਨਿਗਾਰ ਆਉਣਾ ਹੀ ਸੀ ਕਿਉਂਕਿ ਕੋਈ ਕੁੰਡਾ ਹੀ ਨਹੀਂ ਬਚਿਆ। ਚਾਹੀਦਾ ਤਾਂ ਇਹ ਸੀਗਾ ਵੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸਤਿਕਾਰ ਕਮੇਟੀਆਂ ਦਾ ਇੱਕ ਜੁਆਇੰਟ ਪੈਨਲ ਬਿਠਾ ਕੇ ਤੇ ਉਹਨਾਂ ਨੂੰ ਨੋਰਮਸ ਸੈੱਟ ਕਰ ਦਿੰਦਾ ਕਿ ਭਾਈ ਆਹ ਡੂ ਐਂਡ ਡੋਂਟਸ ਆਹ ਕੰਮ ਕਰਨੇ ਆ ਨਹੀਂ ਕਰਨੇ,
ਜਦੋਂ ਤੁਸੀਂ ਜਾਓਗੇ ਤੁਹਾਡੇ ਨਾਲ ਸ਼੍ਰੋਮਣੀ ਕਮੇਟੀ ਦਾ ਨੁਮਾਇੰਦਾ ਹੋਏਗਾ, ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਏਗਾ, ਤੇ ਤੁਸੀਂ ਜੁਆਇੰਟ ਐਕਸ਼ਨ ਕਰਨਾ। ਆਟੋਮੈਟਿਕਲੀ ਕੋਈ ਨਾ ਕੋਈ ਇਹਦਾ ਦਾਇਰਾ ਬਣਦਾ, ਉਹ ਦਾਇਰਾ ਨਹੀਂ ਬਣਿਆ। ਸਾਡੀਆਂ ਸ਼੍ਰੋਮਣੀ ਸੰਸਥਾਵਾਂ ਗੱਲਾਂ ਤੱਕ ਸੀਮਤ ਰਹੀਆਂ, ਕਿਸੇ ਨੇ ਵੀ ਇਹਦੇ ਤੇ ਧਿਆਨ ਨਹੀਂ ਦਿੱਤਾ। ਸੋ ਹੌਲੀ ਹੌਲੀ ਸਤਿਕਾਰ ਕਮੇਟੀਆਂ ਆਪ ਮੁਹਾਰੀਆਂ ਹੋਈਆਂ। ਪਰ ਇਹਦੇ ਵਿੱਚ ਪਾ ਕੇ ਚੰਗੇ ਬੰਦੇ ਵੀ ਆਏ, ਜਿਵੇਂ ਪਰਮਜੀਤ ਸਿੰਘ ਕਾਲੀ ਬਹੁਤ ਵਧੀਆ ਮੁੰਡਾ ਜੀ। ਇਦਾਂ ਦੇ ਬਹੁਤ ਹੋਰ ਨੌਜਵਾਨ ਵੀ ਜਿਹੜੇ ਉਤਸ਼ਾਹ ਸੀਗੇ, ਰਣਜੀਤ ਸਿੰਘ ਦਮਦਮੀ ਟਕਸਾਲ ਹੈ, ਇਦਾਂ ਦੇ ਬਹੁਤ ਸੋਹਣੇ ਚੰਗੇ। ਵੇਖੋ ਕਈਆਂ ਨਾਲ ਸਾਡੇ ਵਿਚਾਰਕ ਮਤਭੇਦ ਹੋ ਸਕਦੇ ਹੋਣਗੇ, ਕੋਈ ਦਸਮ ਮੰਨਣ ਵਾਲਾ, ਕੋਈ ਨਹੀਂ ਮੰਨਣ ਵਾਲਾ, ਇਹ ਮਸਲਾ ਨਹੀਂ ਹੈਗਾ। ਮਸਲਾ ਇਹ ਹੈ ਕਿ ਜਦੋਂ ਉਹ ਪੰਥ ਦੀ ਆਵਾਜ਼ ਬਣਦੇ ਨੇ ਚੰਗੇ ਕੰਮ ਦੇ ਉੱਤੇ, ਅਸੀਂ ਸਾਰਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ। ਪਰਮਪਾਲ ਸਿੰਘ ਜੀ, ਤੁਸੀਂ ਜ਼ਿਕਰ ਕੀਤਾ ਹੈ ਕਿ ਜਥੇਦਾਰ ਅਕਾਲ ਤਖਤ ਨੇ, ਭਾਵੇਂ ਉਹ ਗੁਰਬਚਨ ਸਿੰਘ ਸੀ ਜਾਂ ਜਥੇਦਾਰ ਪੂਰਨ ਸਿੰਘ ਸੀ, ਉਹਨਾਂ ਨੇ ਅਕਾਲ ਤਖਤ ਨੂੰ ਟਿੱਚ ਕਰਕੇ ਜਾਣਿਆ ਉਸ ਸੁਪਰੀਮ ਪਾਵਰ ਨੂੰ ਜੀ। ਪਰ ਜਦੋਂ 328 ਸਰੂਪ ਗੁੰਮ ਹੁੰਦੇ ਨੇ, ਉਹਨਾਂ ਦੀ ਲਾਪਤਾ ਹੁੰਦੇ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ ਹੁੰਦੀ, ਤੇ ਇਹ ਸਾਰੀ ਇਨਕੁਆਰੀ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਜਾਂਦੀ ਹੈ। ਇਨਕੁਆਰੀ ਕਰਨ ਤੋਂ ਬਾਅਦ ਪਹਿਲਾਂ ਜਿਵੇਂ ਤੁਸੀਂ ਜ਼ਿਕਰ ਕਰ ਹਟੇ ਹੋ ਕਿ ਇਹ ਫੌਜਦਾਰੀ ਮੁਕੱਦਮਾ ਬਣਦਾ ਹੈ, ਤੇ ਜਦੋਂ ਵੱਡੇ ਵੱਡੇ ਜਿਹੜੇ ਉੱਚ ਅਹੁਦਿਆਂ ਤੇ ਬੈਠੇ ਨੇ ਉਹਨਾਂ ਨੂੰ ਪਤਾ ਲੱਗਾ ਕਿ ਫੌਜਦਾਰੀ ਮੁਕੱਦਮੇ ਮੁਲਾਜ਼ਮਾਂ ਤੇ ਨਹੀਂ ਬਲਕਿ ਸਾਡੇ ਤੇ ਬਣਨੇ ਆ, ਉਹਨਾਂ ਨੇ ਕਹਿ ਦਿੱਤਾ ਕਿ ਇਹਦਾ ਫੈਸਲਾ ਸਾਡਾ ਅੰਦਰੂਨੀ ਮਾਮਲਾ ਸੀ, ਆਪ ਕਰਾਂਗੇ। ਅਕਾਲ ਤਖਤ ਦੇ ਜਥੇਦਾਰ ਨੇ ਵੀ ਕਹਿ ਦਿੱਤਾ। ਹੁਣ ਜੇ ਪਹਿਲਾਂ ਤੁਸੀਂ ਜ਼ਿਕਰ ਕਰ ਹਟੇ ਹੋ, ਜੇ ਬੀੜਾਂ ਦੇ ਮਾਮਲੇ ਦੇ ਵਿੱਚ ਫੈਸਲਾ ਅੰਦਰੂਨੀ ਹੋ ਸਕਦਾ ਹੈ, ਤੇ ਜੇ ਸੰਘਰਸ਼ ਕਰਕੇ ਬੈਠੇ ਨੇ ਵੀਰ ਸਤਿਕਾਰ ਕਮੇਟੀਆਂ ਵਾਲੇ, ਲੜਾਈ ਹੋ ਗਈ, ਤੁਹਾਡਾ ਝਗੜਾ ਹੋ ਗਿਆ, ਉਹਨਾਂ ਨੇ ਤਾਲਾ ਲਾ ਦਿੱਤਾ, ਆਪਸ ਦੇ ਵਿੱਚ ਬਹਿ ਕੇ ਕਿਉਂ ਨਹੀਂ ਹੋ ਸਕਦਾ? ਫਿਰ ਥਾਣਿਆਂ ਦੇ ਵਿੱਚ ਕਿਉਂ ਗਏ? ਗੁਰੂ ਗ੍ਰੰਥ ਸਾਹਿਬ ਦਾ ਮਾਮਲਾ ਤਾਂ ਥਾਣਿਆਂ 'ਚ ਜਾ ਨਹੀਂ ਸਕਦਾ, ਪਰ ਜਿਹੜੇ ਸਿਰ ਪਾੜੇ ਨੇ ਤੇ ਢਿੱਡ ਪਾੜੇ ਨੇ ਉਹਦਾ ਮਾਮਲਾ ਥਾਣਿਆਂ ਜਾ ਸਕਦਾ। ਕਿਉਂ ਅਕਾਲ ਤਖਤ ਦਾ ਜਥੇਦਾਰ ਚੁੱਪ ਕਿਉਂ ਹੈ? ਉਹੀ ਗੱਲ ਕਹਿੰਦੇ ਹੋਇਆ ਅਕਾਲ ਤਖਤ ਦਾ ਜਥੇਦਾਰ ਪੜ੍ਹਿਆ ਲਿਖਿਆ, PhD ਕਰ ਰਿਹਾ, ਬਕਾਇਦਾ ਤੁਹਾਡਾ ਆਪਣਾ ਥੀਸਿਸ ਲਿਖਿਆ, ਤੁਸੀਂ PhD ਕਰ ਰਹੇ ਹੋ, ਚੰਗੇ ਪੜ੍ਹੇ ਲਿਖੇ ਵਿਦਵਾਨ ਹੋ। ਫਿਰ ਅਕਾਲ ਤਖਤ ਦਾ ਜਥੇਦਾਰ ਦੀ ਮਜਬੂਰੀ ਗੁਰਬਚਨ ਸਿੰਘ ਵਰਗੀ ਤੇ ਪੂਰਨ ਸਿੰਘ ਵਰਗੀ ਬਣ ਜਾਂਦੀ ਹੈ, ਜਾਂ ਕਾਰਨ ਹੋਰ ਹੈ ਕੋਈ? ਮੈਂ ਉਹੀ ਗੱਲ ਕਹਿਣ ਲੱਗਾ। ਦੇਖੋ ਜੀ, ਇੱਕ ਗੱਲ ਸਿੱਧੀ ਜੀ ਹੈ ਕਿ ਆਪਾਂ ਇਹ ਗੱਲ ਨੂੰ ਐਡਮਿਟ ਕਰਦੇ ਹਾਂ, ਹੈ ਨਾ। ਮੈਂ ਪਹਿਲਾਂ ਹੀ ਮੰਨ ਕੇ ਚੱਲਿਆ, ਹੀ ਇਜ਼ ਮਾਈ ਗੁੱਡ ਫਰੈਂਡ, ਮੈਂ ਈਵਨ ਦੋ ਵੀ ਮੰਨ ਕੇ ਚੱਲਦਾ ਕਿ ਖੋਸੇ ਹੋਰਾਂ ਦੀ ਗਲਤੀ ਇਸ ਗੱਲ ਦੀ ਹੈ ਕਿ ਉਹਨਾਂ ਨੂੰ ਪ੍ਰਵੋਗ ਨਹੀਂ ਕਰਨਾ ਚਾਹੀਦਾ, ਜਾਂ ਉਹਨਾਂ ਨੂੰ ਇਸ ਗੱਲ ਲਈ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ ਕਿ ਕਮੇਟੀ ਉਹਨਾਂ ਦੇ ਗਲ ਪਵੇ। ਠੀਕ ਹੈ ਜੀ, ਮੈਂ ਕਲੀਅਰ ਕੱਟ ਕਹਿ ਰਿਹਾ, ਸਾਫ਼ ਸ਼ਬਦਾਂ 'ਚ। ਉੱਥੇ ਥੋੜਾ ਜਿਹਾ ਟੈਨਸ਼ਨ ਸੀਕਿੰਗ ਦਾ ਮਸਲਾ ਸੀ, ਕਿਉਂਕਿ ਬਾਕੀ ਮੋਰਚੇ, ਕਿਸਾਨੀ ਮੋਰਚੇ ਬਹੁਤ ਸੁਪਰਹਿੱਟ ਚੱਲ ਰਹੇ ਸੀ ਸੋਸ਼ਲ ਮੀਡੀਆ ਦੇ ਵਿੱਚ, ਤੇ ਹਰ ਇੱਕ ਆਗੂ ਨੂੰ ਥੋੜਾ ਜਿਹਾ ਮਸਲਾ ਹੁੰਦਾ ਕਿ ਮੈਂ ਵੀ ਮੁਸ਼ੱਕਤ ਕਰ ਰਿਹਾ, ਅਸੀਂ ਵੀ ਘਰ ਛੱਡ ਕੇ ਬੈਠੇ ਹਾਂ, ਤੇ ਥੋੜੀ ਬਹੁਤੀ ਮੀਡੀਆ 'ਚ ਟੈਨਸ਼ਨ ਸਾਨੂੰ ਵੀ ਮਿਲਣੀ ਚਾਹੀਦੀ, ਜਾਂ ਸਾਡੀਆਂ ਮੰਗਾਂ ਵੀ ਜਾਇਜ਼ ਨੇ, ਉਹਦੇ ਉੱਤੇ ਵੀ ਮੀਡੀਆ ਟੈਨਸ਼ਨ ਦੇਵੇ। ਸੋ ਕਈ ਵਾਰੀ ਇਹ ਚੀਜ਼ਾਂ ਛੋਟੀਆਂ ਛੋਟੀਆਂ ਦਿਮਾਗ 'ਚ ਆ ਜਾਂਦੀਆਂ, ਮੈਂ ਇਹਨੂੰ ਜ਼ਰੂਰ ਮੰਨ ਕੇ ਚੱਲਦਾ, ਔਰ ਮੈਂ ਇਸ ਨੂੰ ਗਲਤ ਵੀ ਠਹਿਰਾਉਣਾ ਕਿ ਭਾਵੇਂ ਕੋਈ ਗੁੱਸਾ ਵੀ ਕਰੇ ਵੀ ਜਦੋਂ ਸ਼ਾਂਤਮਈ ਮੋਰਚਾ ਲੱਗ ਗਿਆ ਤੇ ਫਿਰ ਸਾਨੂੰ ਕਿਸੇ ਨੂੰ ਉਤਸ਼ਾਹਿਤ ਨਹੀਂ ਕਰਨਾ ਚਾਹੀਦਾ। ਅਗਲੀ ਗੱਲ ਆ ਗਈ ਕਿ ਮੰਨ ਲਿਆ ਖੋਸੇ ਗਲਤ ਹੈ, ਪਰ ਉਹਦੇ ਨਾਲ ਨਾਲ ਪੰਥ ਦੀ ਨੁਮਾਇੰਦਾ ਜਥੇਬੰਦੀ ਜਿਹੜੀ ਲੋਕਾਂ ਦੀਆਂ ਵੋਟਾਂ ਨਾਲ ਚੁਣੀ ਹੋਈ ਸੰਸਥਾ ਹੈ, ਲੋਕਾਂ ਨੇ ਵੋਟ ਪਾ ਕੇ ਚੁਣਿਆ, ਆਪਣੇ ਆਪ ਨੂੰ ਮਿੰਨੀ ਪਾਰਲੀਮੈਂਟ ਖਵਾਉਂਦੀ ਹੈ, ਉਹਦੇ ਨੁਮਾਇੰਦੇ, ਉਹਦੀ ਟਾਸਕ ਫੋਰਸ, ਉਹਦੇ ਜਿਹੜੇ ਲੋਕ ਨੇ, ਜਿਹੜੇ ਪੰਥ ਦੇ 1-1 ਰੁਪਈਆ ਜਿਹੜਾ ਅਸੀਂ ਮੱਥਾ ਟੇਕਦੇ ਆ, ਉਹ 1-1 ਰੁਪਈਆ ਇਕੱਠਾ ਹੋ ਕੇ ਇਹਨਾਂ ਦੀ ਤਨਖਾਹ ਬਣਦਾ, ਉਹਨਾਂ ਨੂੰ ਇਹ ਕਦੋਂ ਹੱਕ ਦੇ ਦਿੰਦਾ ਕਿ ਜੇ ਕੋਈ ਤੁਹਾਡੇ ਉੱਤੇ ਏਦਾਂ ਦਾ ਐਕਸ਼ਨ ਕਰ ਰਿਹਾ ਤੇ ਤੁਸੀਂ, ਮੈਂ ਕਹਿੰਦਾ ਜੀ, ਮੈਂ ਤਾਂ ਇੱਥੋਂ ਤੱਕ ਕਹਿਣਾ ਕਿ ਜਿਹੜੀ ਇੱਕ ਸੰਵਿਧਾਨਿਕ ਦਾਇਰੇ ਦੇ ਵਿੱਚ ਸੰਸਥਾ ਹੈ, ਉਹ ਤਾਂ ਅੱਗੋਂ ਸੱਚੀ ਮੁੱਚੀ ਹੋਇਆ ਨਹੀਂ, ਏਦਾਂ ਨਹੀਂ ਹੋਇਆ, ਪਰ ਜੇ ਉਹ ਸੱਚੀ ਮੁੱਚੀ ਵੀ ਕਿਰਪਾਨਾਂ ਲੈ ਕੇ ਅੰਦਰ ਆਉਂਦੇ, ਇਹਨਾਂ ਦਾ ਫਰਜ਼ ਬਣਦਾ ਸੀ ਕਿ ਉਹਨਾਂ ਨੂੰ ਪਿਆਰ ਨਾਲ ਟੈਕਲ ਕਰ, ਪਰ ਏਦਾਂ ਨਹੀਂ ਹੋਇਆ। ਇੱਥੇ ਸਾਰੇ ਦੋਸ਼ੀ ਬਣਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੰਨਾ ਵੀ ਅਮਲਾ ਫੈਲਾ ਹੈ, ਕਿਉਂਕਿ ਮੈਂ ਖੁਦ ਵੀਡੀਓ ਦੇ ਵਿੱਚ ਜੇ ਤੁਸੀਂ ਧਿਆਨ ਨਾਲ ਦੇਖੋਗੇ ਤੇ ਇਹ ਸਾਰਾ ਪ੍ਰੀ ਪਲਾਨਡ ਸੀਗਾ। ਇੱਕ ਅਸੀਂ ਆਵਾਜ਼ ਵੀ ਉਠਾਈ ਸੀ, ਇਹਨਾਂ ਦਾ ਇੱਕ ਵਿਜੇ ਸਿੰਘ ਨਾਂ ਦਾ ਐਡੀਸ਼ਨਲ ਸੈਕਟਰੀ ਹੈ, ਜਦੋਂ ਪਿਛਲੀ ਵਾਰੀ ਨਿਹੰਗ ਸਿੰਘਾਂ ਨਾਲ ਰੱਟਾ ਪਿਆ ਸੀ ਉਦੋਂ ਵੀ ਉਹ ਟਾਸਕ ਫੋਰਸ ਦਾ ਮੋਹਰੀ ਸੀ, ਇਸ ਵਾਰੀ ਵੀ ਉਹ ਟਾਸਕ ਫੋਰਸ ਦਾ ਮੋਹਰੀ ਹੈ। ਔਰ ਜਿਹੜਾ ਸ਼੍ਰੋਮਣੀ ਕਮੇਟੀ ਨੇ ਬਿਆਨ ਦਿੱਤਾ ਕਿ ਸਾਡੇ 2 ਜਿਹੜੇ ਬੰਦੇ ਉਹ ਜ਼ਿਆਦਾ ਜ਼ਖਮੀ ਨੇ, ਉਹਦੇ ਵਿੱਚ ਵਿਜੇ ਸਿੰਘ ਦਾ ਨਾਮ ਹੈ। ਮੈਂ ਤੁਹਾਡੇ ਇਸ ਪਲੇਟਫਾਰਮ ਦੇ ਰਾਹੀਂ ਇਹ ਕਮੇਟੀ ਦੇ ਨੁਮਾਇੰਦਿਆਂ ਨੂੰ ਪੁੱਛਣਾ ਵੀ ਚਾਹੁੰਦਾ ਕਿ ਵਿਜੇ ਸਿੰਘ 60 ਤੋਂ 65 ਲੱਖ ਦਾ ਘਪਲਾ ਕਰਨ ਦੇ ਦੋਸ਼ ਵਿੱਚ ਪਿਛਲੇ 2 ਸਾਲਾਂ ਤੋਂ ਸਸਪੈਂਡ ਚੱਲਿਆ ਆ ਰਿਹਾ। ਜੇ
ਇਹ ਘਟਨਾ ਅਚਾਨਕ ਕੁਝ ਸੈਕਿੰਡਸ ਦੇ ਵਿੱਚ ਹੀ ਹੋਈ ਹੈ ਤੇ ਫਿਰ ਵਿਜੇ ਸਿੰਘ ਕਿਵੇਂ ਆ ਗਿਆ? ਇਹਦਾ ਮਤਲਬ ਪਿਛਲੀ ਵਾਰੀ ਵੀ ਤੁਸੀਂ ਲੜਾਈ ਪਾਉਣ ਤੋਂ ਪਹਿਲਾਂ ਵਿਜੇ ਸਿੰਘ ਨੂੰ ਲੈ ਕੇ ਆਏ ਸੀ, ਇਸ ਵਾਰੀ ਵੀ ਟਾਸਕ ਫੋਰਸ ਦੀ ਅਗਵਾਈ ਉਹ 60 ਲੱਖ ਦੇ ਗਬਨ ਕਰਨ ਵਾਲਾ ਐਡੀਸ਼ਨਲ ਸੈਕਟਰੀ ਵਿਜੇ ਸਿੰਘ ਕਰ ਰਿਹਾ ਸੀ, ਜਿਹੜਾ ਕਿ ਜ਼ਖਮੀ ਹੋਇਆ। ਇਹਦੇ ਉੱਤੇ ਸਵਾਲੀਆ ਨਿਸ਼ਾਨ ਹੈ ਕਿ ਸ਼੍ਰੋਮਣੀ ਕਮੇਟੀ ਦੱਸੇ ਕਿ ਕੀ ਇਹ ਅਟੈਕ ਪ੍ਰੀ ਪਲਾਨਡ ਸੀਗਾ ਕਿ ਅਚਨਚੇਤ ਹੋਇਆ। ਇਹ ਜ਼ਰੂਰ ਪੰਥ ਨੂੰ ਮੰਗਣਾ ਚਾਹੀਦਾ। ਅੱਛਾ ਵੀਰ ਜੀ, ਇੱਕ ਗੱਲ ਹੋ ਰਿਹਾ, ਮੈਂ ਪਹਿਲਾਂ ਵੀ ਇੱਕ ਸਾਡੇ ਬੜੇ ਸਤਿਕਾਰਯੋਗ ਵੀਰ ਜੀ ਆਏ ਸੀ ਸਾਡੇ ਨਾਲ ਗੱਲਬਾਤ ਕਰਨ, ਮੈਂ ਉਹਨਾਂ ਨੂੰ ਵੀ ਪੁੱਛਿਆ ਸੀ ਵੀ ਟਾਸਕ ਫੋਰਸ ਦਾ ਕੰਮ ਕੀ ਹੁੰਦਾ, ਤੇ ਹੁਣ ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਟਾਸਕ ਫੋਰਸ ਹੈ ਜਿਹੜੀ ਇਹਦਾ ਸੰਗਤ ਨੂੰ ਕੁੱਟਣਾ ਹੀ ਕੰਮ ਆ। ਥੋੜਾ ਜਿਹਾ ਇਹਦੇ ਬਾਰੇ ਦੱਸਿਓ ਵੀ ਇਹ ਟਾਸਕ ਫੋਰਸ ਕਰਦੀ ਕੀ ਆ। ਭੈਣੇ ਐਕਚੁਅਲੀ ਕੀ ਹੁੰਦਾ ਨਾ, ਮੈਂ ਆਪਾਂ ਇਹਨੂੰ ਥੋੜਾ ਜਿਹਾ, ਕਿਉਂਕਿ ਵੇਖੋ ਮੇਰਾ ਫਰਜ਼ ਬਣਦਾ ਹੈ ਜਿਸ ਮੀਡੀਆ ਤੇ ਅਸੀਂ ਦੋਵੇਂ ਪੱਖ ਧਿਆਨ ਨਾਲ ਰੱਖੀਏ। ਇਹਦਾ ਬੇਸਿਕ ਕੰਮ ਤੇ ਇਹ ਸੀਗਾ ਕਿ ਗੁਰਦੁਆਰਾ ਸਾਹਿਬਾਨ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਆਪਣੀ ਇੱਕ ਪਰਸਨਲ ਸਿਕਿਉਰਿਟੀ ਹੈ। ਸਾਰੇ ਗੁਰਧਾਮਾਂ ਦੇ ਬਾਹਰ ਜਿਹੜਾ ਹੈ ਉਹ ਪੁਲਿਸ ਜਾਂ ਇਦਾਂ ਕਰਕੇ ਨਹੀਂ ਹੁੰਦਾ, ਤੇ ਅੰਦਰ ਬਹੁਤ ਬੇਸ਼ਕੀਮਤੀ ਚੀਜ਼ਾਂ ਹੁੰਦੀਆਂ ਨੇ। ਜਿਵੇਂ ਅਨੰਦਪੁਰ ਸਾਹਿਬ ਹੀ ਉਹ ਹਰਭਜਨ ਸਿੰਘ ਯੋਗੀ ਹੋਰਾਂ ਵਾਲੀ 2 ਕਰੋੜ ਰੁਪਏ ਦੀ ਕਿਰਪਾਨ ਪਈ ਹੈ ਹਨਾ, ਉੱਥੇ ਵਾਸਤੇ ਜਾਂ ਏਦਾਂ ਗੁਰੂ ਘਰਾਂ ਦੇ ਵਿੱਚ ਸ਼ਸਤਰ ਪਏ ਨੇ, ਸੋਨੇ ਦੀਆਂ ਚੀਜ਼ਾਂ ਪਈਆਂ ਨੇ, ਸਾਰੇ ਕੀਮਤੀ ਚੀਜ਼ਾਂ ਨੇ। ਸੋ ਇਹਨਾਂ ਨੇ ਆਪਣੀ ਇੱਕ ਪਰਸਨਲ ਸਿਕਿਉਰਿਟੀ ਸੈਟਅਪ ਕੀਤੀ ਸੀਗੀ 100-200 ਬੰਦਿਆਂ ਦੀ, ਕਿ ਤੁਸੀਂ ਲੋੜ ਪੈਣ ਦੇ ਉੱਤੇ ਵੀ ਇੱਕ ਬਰਸੀ ਵਾਲਾ ਸਿੰਘ ਖੜਾ ਹੈ ਤੇ 2-4-5 ਜਿਹੜੇ ਆ ਉਹ ਪਹਿਰੇ ਤੇ ਸਿੰਘ ਐਟ ਪ੍ਰੈਜ਼ੈਂਟ ਰਹਿਣ ਇੱਕ ਗੁਰੂ ਘਰ ਦੇ ਬਾਹਰ, ਵੀ ਲੋੜ ਪਵੇ ਤਾਂ ਕਮ ਸੇ ਕਮ ਕਿਸੇ ਦਾ ਮੁਕਾਬਲਾ ਕੀਤਾ ਜਾ ਸਕੇ। ਪਰ ਉਹਦਾ ਹੋਇਆ ਇਹ ਕਿ ਇਹ ਪੋਜ਼ਿਟਿਵ ਤਰੀਕੇ ਨਾਲ ਬਣਾਈ ਗਈ ਸੀ, ਪਰ ਇਹਦੇ ਤੋਂ ਕੰਮ ਕੀ ਲਿਆ ਜਾਂਦਾ? ਫਲਾਣੇ ਥਾਂ ਤੇ ਕਿਸੇ ਸਾਧ ਨੇ ਸ਼੍ਰੋਮਣੀ ਕਮੇਟੀ ਦੇ ਗੁਰਦੁਆਰੇ ਤੇ ਕਬਜ਼ਾ ਕੀਤਾ, ਚਲੋ ਕਬਜ਼ਾ ਲੈਣ ਚੱਲਦੇ ਆ। ਉੱਥੇ ਜੀ ਸਿਮਰਨਜੀਤ ਸਿੰਘ ਮਾਨ ਨੇ ਇੱਕ ਥਾਂ ਤੇ ਪੱਗ ਲੈ ਗਈ ਪ੍ਰਧਾਨ ਦੀ, ਹੁਣ ਆਪਾਂ ਉਹਦੀ ਪੱਗ ਲਾਉਣੀ ਆ ਤੇ ਇਹ ਸਾਰੀ ਟਾਸਕ ਫੋਰਸ ਉੱਥੇ ਜਾਏਗੀ। ਇਹ ਬਣੀ ਕਿਸੇ ਹੋਰ ਮਕਸਦ ਲਈ ਸੀਗੀ, ਪਰ ਵਰਤੀ ਕਿਸੇ ਹੋਰ ਮਕਸਦ ਲਈ ਗਈ ਹੈ। ਤੇ ਮੈਂ ਤੁਹਾਡੇ ਨਾਲ 100% ਸਹਿਮਤ ਹਾਂ ਕਿ ਇਸ ਟਾਈਮ ਤੇ ਟਾਸਕ ਫੋਰਸ ਦਾ ਇਕਲੌਤਾ ਕੰਮ ਰਹਿ ਗਿਆ ਕਿ ਜਿਨ੍ਹਾਂ ਨਾਲ ਬਾਦਲਾਂ ਦੀ ਜਾਂ ਇਹਨਾਂ ਦੇ ਜਿਹੜੇ ਪ੍ਰਧਾਨ ਨੇ, ਜਿਹੜੇ ਆਪੇ ਲਿਫਾਫਿਆਂ ਚੋਂ ਨਿਕਲੇ ਨੇ, ਉਹਨਾਂ ਦੇ ਨਾਲ ਨਹੀਂ ਬਣਦੀ, ਉਹਨਾਂ ਨੂੰ ਕੁੱਟੋ ਫੜ ਕੇ, ਭਾਵੇਂ ਪ੍ਰਕਰਮਾਂ 'ਚ ਕੁੱਟੋ ਭਾਵੇਂ ਪ੍ਰਕਰਮਾਂ ਤੋਂ ਬਾਹਰ। ਓਕੇ, ਕੋਈ ਵੀ ਅਪਾਇੰਟਮੈਂਟ ਹੁੰਦੀ ਹੈ, ਉਹਦੀ ਇੰਟਰਵਿਊ ਹੁੰਦੀ ਹੈ। ਇੰਟਰਵਿਊ ਵਾਸਤੇ ਕੁਝ ਰੂਲ ਸੈੱਟ ਕੀਤੇ ਜਾਂਦੇ ਨੇ ਕਿ ਤੁਹਾਡੀ ਕੁਆਲੀਫਿਕੇਸ਼ਨ ਇੰਨੀ ਹੋਣੀ ਚਾਹੀਦੀ ਹੈ, ਤੁਹਾਡਾ ਸਰੀਰਕ ਜੇ ਕੋਈ ਫਿਜ਼ੀਕਲ ਵਰਕ ਵਾਲਾ ਤੇ ਉਹਦਾ ਸਰੀਰ ਦੇਖਿਆ ਜਾਂਦਾ, ਸਾਰੀਆਂ ਚੀਜ਼ਾਂ ਉਹ ਕ੍ਰਾਈਟੇਰੀਆ ਫਿਕਸ ਕੀਤਾ ਜਾਂਦਾ ਇੰਟਰਵਿਊ ਦੇ ਲਈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਦੇ ਵਿੱਚ ਕੀ ਇਹ ਦੇਖਿਆ ਜਾਂਦਾ ਕਿ ਇਹ 10 ਨੰਬਰੀਆ ਹੈ ਜਾਂ ਨਹੀਂ? ਜ਼ਿਆਦਾਤਰ ਮੈਨੂੰ ਇਹ ਪਤਾ ਲੱਗਾ ਕਿ 10 ਨੰਬਰੀਏ ਟਾਸਕ ਫੋਰਸ ਦੇ ਵਿੱਚ ਰੱਖੇ ਗਏ ਨੇ। ਵਿਜੇ ਸਿੰਘ ਵਰਗੇ ਜਿਨ੍ਹਾਂ ਤੇ 60 ਲੱਖ ਦੇ ਘਪਲੇ ਦਾ ਦੋਸ਼ ਹੈ, ਸਸਪੈਂਡ ਕੀਤਾ ਹੋਇਆ ਉਹ ਵਿਅਕਤੀ ਟਾਸਕ ਫੋਰਸ ਦੇ ਨਾਲ ਕੀ ਕਰ ਰਿਹਾ ਸੀ? ਕੀ ਗੁੰਡਿਆਂ ਦੀ ਟਾਸਕ ਫੋਰਸ ਹੈ? ਅਗਲਾ ਸਵਾਲ ਨਾਲ ਲੱਗਦੇ ਹੀ, ਜਾਂ ਫਿਰ ਸ਼੍ਰੋਮਣੀ ਅਕਾਲੀ ਜਾਂ ਸ਼੍ਰੋਮਣੀ ਕਮੇਟੀ ਦੇ ਵਿੱਚ ਉਹ ਵਿਅਕਤੀਆਂ ਦਾ ਕਰੈਕਟਰ ਦੇਖਿਆ ਜਾਂਦਾ ਹੈ ਕਿ ਇਹ ਹੋਟਲਾਂ ਦੇ ਵਿੱਚ ਜਾ ਕੇ, ਹੋਟਲਾਂ ਦੇ ਕਮਰਿਆਂ ਦੇ ਵਿੱਚ ਜਾ ਕੇ ਜਦੋਂ ਕੁਕਰਮ ਕਰਦੇ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਬਖਸ਼ਿਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਜਕਾਰੇ ਲਾ ਕੇ ਤੇ ਨਾਅਰੇ ਲਾ ਕੇ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਹੈ। ਇਹ ਸਿੱਖਾਂ ਦੀ ਸਾਡੀ ਸ਼੍ਰੋਮਣੀ ਕਮੇਟੀ ਹੈ। ਮੈਨੂੰ ਮਾਫੀ ਦੇ ਦਿਓ ਮੇਰੇ ਸ਼ਬਦਾਂ ਲਈ, ਮੇਰੀ ਨੌਜਵਾਨ ਪੀੜ੍ਹੀ ਨੂੰ ਮੈਂ ਇੰਨੀ ਨੈਗੇਟਿਵਿਟੀ ਨਹੀਂ ਦੱਸਣਾ ਚਾਹੁੰਦਾ, ਪਰ ਮਸਲਾ ਇਹ ਹੈ ਵੀ ਹੋਟਲਾਂ ਤੱਕ ਹੀ ਸੀਮਤ ਰਹਿੰਦਾ ਤੇ ਚੱਲ ਫਿਰ ਵੀ ਕਹਿੰਦੇ ਵੀ ਕੋਈ ਕਹਿ ਸਕਦਾ ਸੀ ਅਗਲੇ ਦੀ ਨਿੱਜੀ ਜ਼ਿੰਦਗੀ ਹੈ, ਪਰ ਜਦੋਂ ਇਹ ਕੁਕਰਮ ਸਰਾਵਾਂ ਤੱਕ ਪਹੁੰਚ ਜਾਣ ਉਦੋਂ ਤਾਂ ਸਾਨੂੰ ਡੁੱਬ ਮਰਨਾ ਚਾਹੀਦਾ। ਸੋ ਮਸਲਾ ਇਸ ਗੱਲ ਦਾ ਜੀ ਵੀ ਇਹ ਕਹਿਣ ਕਥਨ ਵਾਲੀ ਬਾਤ ਨਹੀਂ ਹੈ। ਮੈਨੂੰ ਲੱਗਦਾ ਕਿ ਸਾਨੂੰ ਫੋਕਸ ਕਰਨਾ ਚਾਹੀਦਾ ਵੀ ਹੁਣ ਸਾਨੂੰ ਕਰਨਾ ਕੀ ਚਾਹੀਦਾ, ਕਿਉਂਕਿ ਇਹ ਘਟਨਾਵਾਂ ਵਾਪਰ ਜਾਂਦੀਆਂ ਨੇ, ਨੌਜਵਾਨ ਹਤਾਸ਼ ਹੁੰਦਾ ਹੈ। ਤੁਸੀਂ ਦੇਖ ਰਹੇ ਹੋ ਬਾਹਰਲੇ ਦੇਸ਼ਾਂ ਦੇ ਗੁਰਦੁਆਰੇ ਹੋਣ, ਇੱਥੋਂ ਦੇ ਗੁਰਦੁਆਰੇ ਹੋਣ, ਪੁਲਿਸ ਆਉਂਦੀ ਹੈ ਰੋਜ਼। ਅੱਜ ਤੁਸੀਂ ਦੇਖਿਆ ਹੋਣਾ ਅਮਰੀਕਾ ਦਾ 1-2 ਦਿਨ ਪਹਿਲਾਂ ਦੀ ਇਹ ਜੇ ਘਟਨਾ ਹੈ ਕਿ ਉਹ 4-5 ਜਾਣੇ ਜਿਹੜੇ ਜ਼ਖਮੀ ਹੋਏ। ਮੈਨੂੰ ਇਹ ਸਮਝਣਾ ਪੈਣਾ ਹੈ ਕਿ ਇੱਕ ਪਾਸੇ ਤਾਂ ਤੁਸੀਂ ਦੇਖਿਆ NDP ਜਿੱਤ ਰਹੀ ਹੈ, ਬੜਾ ਸਿੱਖਾਂ ਦਾ ਟੌਰ ਹੈ, ਬੜੀ ਤਗੜੀ ਗੱਲ ਹੈ, ਇੰਟਰਨੈਸ਼ਨਲ ਲੈਵਲ ਝੰਡੇ ਬੁਲੰਦ ਨੇ ਹਨਾ। ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ 'ਚ ਸਾਡੀ ਬੜੀ ਰਾਜਨੀਤਿਕ ਸਿਸਟਮ 'ਚ ਵੀ ਸਾਡੀ ਚੰਗੀ ਪਕੜ ਮਜ਼ਬੂਤ ਹੋ ਰਹੀ ਹੈ। ਦੂਜੇ ਪਾਸੇ ਸਾਡੇ ਗੁਰੂ ਘਰਾਂ ਦੇ ਵਿੱਚ ਅਜੇ ਵੀ ਉਹ ਕੁਛ ਹੀ ਚੱਲ ਰਿਹਾ, ਉਹ ਕਬਾਇਲੀ ਕਲਚਰ ਚੱਲ ਰਿਹਾ ਜਿੱਥੇ ਇੱਕ ਦੂਜੇ ਨੂੰ ਕਿਰਪਾਨਾਂ ਮਾਰੀਆਂ ਜਾ ਰਹੀਆਂ। ਮੈਂ ਕਹਿੰਦਾ ਫਿਰ ਉਹਨੂੰ ਕਿਰਪਾਨ ਕਹਿੰਦੇ ਹੀ ਕਿਉਂ? ਕਿਰਪਾਨ ਦਾ ਮਤਲਬ ਸੀ ਕਿਰਪਾ ਜਮਾ ਆਣ, ਤੇ ਇਹ ਤੇ ਫਿਰ ਤੁਸੀਂ ਉਹੀ ਗੱਲ ਕਹਿਤੀ ਜੋ ਲੋਕੀ ਕਹਿੰਦੇ ਨੇ ਕਿ ਲੋਕੀ ਗੋਰੇ ਜਦੋਂ ਵਰਤਦੇ ਅਸੀਂ ਫਲਾਈਟ 'ਚ ਹੋਈਦਾ ਜਾਂ ਕਿਤੇ ਇੰਟਰਨੈਸ਼ਨਲ ਕਿਤੇ ਵੀ ਵਿਚਰ ਰਹੀ ਹੋਵੇ ਤੇ ਉਹ ਕਹਿੰਦੇ ਵੀ ਵੇਅਰਿੰਗ ਨਾਈਫ, ਉਹ ਨਾਈਫ ਕਹਿੰਦੇ, ਫਿਰ ਇਹਨੂੰ ਨਾਈਫ ਕਿਹਾ ਕਰੋ, ਫਿਰ ਇਹਨੂੰ ਕਿਰਪਾਨ ਕਿਉਂ ਕਹਿੰਦੇ? ਕਿਉਂਕਿ ਕਿਰਪਾਨ ਇੱਕ ਸਿਧਾਂਤ ਹੈ ਤੇ ਜਿਹੜੀ ਤਲਵਾਰ ਹੈ ਜਾਂ ਕਾਚੂ ਕਰਦ ਹੈ ਇਹ ਇੱਕ ਹਥਿਆਰ,
ਇਹ ਹਥਿਆਰ ਨਹੀਂ ਸੀ। ਇਹ ਗੁਰਦੁਆਰਿਆਂ 'ਚ ਇੱਕ ਦੂਜੇ ਦੇ ਗੁੱਟ ਵੱਢਣ ਲਈ ਜਾਂ ਇੱਕ ਦੂਜੇ ਦੀਆਂ ਬਾਹਾਂ ਵੱਢਣ ਲਈ ਨਹੀਂ ਸੀ ਹੈਗੇ। ਪਰ ਇਹ ਕਿੱਥੋਂ ਆ ਗਏ? ਇਹ ਜਿਹੜੀ ਕਬਾਇਲੀ ਮਾਨਸਿਕਤਾ ਹੈ। ਫਿਰ ਮੈਨੂੰ ਇਹ ਕਹਿਣਾ ਪਊਗਾ ਕਿ 1947 ਦੇ ਵਿੱਚ ਜਿਨ੍ਹਾਂ ਨੇ ਸਾਨੂੰ ਜਰਾਇਮ ਪੇਸ਼ਾ ਕੌਮ ਕਰਾਰ ਦਿੱਤਾ ਸੀ, ਕੀ ਉਹ ਸਹੀ ਸੀਗਾ? ਇਹ ਕਹੀਏ ਫਿਰ ਆਪਾਂ ਕਿ 1947 'ਚ ਅਸੀਂ ਪਿੱਟਦੇ ਆ ਨਾ ਦਿੱਲੀ ਨੂੰ, ਕਿ ਦਿੱਲੀ ਨੇ 1947 'ਚ ਸਾਡੇ 80% ਦਿੱਤੀਆਂ ਕੁਰਬਾਨੀਆਂ, 10 ਲੱਖ ਮਰੇ ਪੰਜਾਬੀ ਦਾ ਇਹ ਮੁੱਲ ਪਾਇਆ ਕਿ ਸਾਨੂੰ ਜਰਾਇਮ ਪੇਸ਼ਾ ਕੌਮ ਕਿਹਾ। ਤੇ ਜਰਾਇਮ ਪੇਸ਼ਾ ਕੌਣ ਹੁੰਦੇ ਨੇ? ਇਹੀ ਤੁਸੀਂ ਤਾਂ ਸਿੱਧ ਕਰ ਰਹੇ ਹੋ ਕਿ ਜਰਾਇਮ ਪੇਸ਼ਾ ਕੌਣ ਹੁੰਦੇ। ਸੋ ਮੈਨੂੰ ਲੱਗਦਾ ਕਿ ਇਹ ਸੋਚਣਾ ਪੈਣਾ ਸਾਨੂੰ ਜੀ। ਮੈਂ ਇਸ ਤੋਂ ਪਹਿਲਾਂ ਕਿ ਕਿਸਾਨ ਮੋਰਚੇ ਵੱਲ ਤੁਰਾਂ, 2 ਮਿੰਟਾਂ ਲਈ ਮੈਂ ਤੁਹਾਡੀ ਨੇਕ ਸਲਾਹ ਲੈਣੀ ਚਾਹੁੰਦਾ, ਕਿਉਂਕਿ ਯੂਥ ਨਾਲ ਤੁਸੀਂ ਵਿਚਰ ਰਹੇ ਹੋ, ਤੁਸੀਂ ਖੁਦ ਆਪ ਰਿਸਰਚ ਕਰਦੇ ਹੋ, ਪੜ੍ਹਦੇ ਹੋ, ਲਿਖ ਰਹੇ ਹੋ, ਔਰ ਖਾਸ ਕਰਕੇ ਜਿਹੜੀ ਉਚੇਚੇ ਤੌਰ 'ਤੇ ਅਲਾਇੰਸ ਆਫ ਸਿੱਖ ਆਰਗੇਨਾਈਜੇਸ਼ਨ, ਉਹਨਾਂ ਜਥੇਬੰਦੀਆਂ ਨਾਲ ਕੰਮ ਕਰ ਰਹੇ ਹੋ। ਇਹਦਾ ਸੋਲੂਸ਼ਨ ਕੀ ਹੈ? ਕਿ ਇਹੋ ਜਿਹੇ ਖੂਨ ਦੀਆਂ ਧਤੀਰੀਆਂ ਜਦੋਂ ਦਰਬਾਰ ਸਾਹਿਬ ਪ੍ਰਕਰਮਾਂ ਦੇ ਵਿੱਚ ਉਸ ਅਦਾਰੇ ਦੇ ਵਿੱਚ ਵਗਦੀਆਂ ਨੇ, ਸਿੱਖਾਂ ਦੀ ਸਰਬ ਸਾਂਝੀਵਾਲਤਾ ਦੇ ਥਾਂ ਦਾ ਨਾਮ ਬਦਨਾਮ ਕੀਤਾ ਜਾਂਦਾ ਹੈ। ਇਹਦੇ ਲਈ ਸੋਲੂਸ਼ਨ ਕੀ ਹੈ? 2 ਮਿੰਟਾਂ 'ਚ ਦੱਸੋ, ਫਿਰ ਆਪਾਂ ਕਿਸਾਨ ਜਥੇਬੰਦੀਆਂ ਵੱਲ ਅੱਗੇ ਚੱਲਦੇ ਹਾਂ ਜੀ। ਮੈਂ 2 ਬੇਨਤੀਆਂ ਕਰਨੀਆਂ, ਜਲਦੀ ਜੀ ਕਰ ਦੂੰਗਾ। ਪਹਿਲੀ ਗੱਲ ਤੇ ਇਹ ਹੈ ਕਿ ਮੇਰੀ ਬੇਨਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਇਹ ਪੋਸੀਬਲ ਨਹੀਂ ਹੋਣਾ ਪਰ ਇਹ ਮੈਨੂੰ ਕਹਿਣਾ ਪੈਂਦਾ ਕਿ ਜਾਂ ਤਾਂ ਪੁੱਠੇ ਕੰਮ ਕਰਨੇ ਬੰਦ ਕਰ ਦਿਓ, ਤੇ ਜਾਂ ਮੇਰੇ ਵੀਰ ਆਪਦਾ ਦਫ਼ਤਰ ਚੁੱਕ ਕੇ ਕਿਸੇ ਗਰਾਊਂਡ 'ਚ ਲੈ ਜਾਓ ਜਿੱਥੇ ਧਰਨਾ ਹੋ ਸਕਦਾ ਹੋਵੇ। ਅਸੀਂ ਤੁਹਾਨੂੰ ਸਵਾਲ ਕਰ, ਹੁਣ ਤੁਸੀਂ ਬਾਰ-ਬਾਰ ਪਿੱਟ ਰਹੇ ਹੋ ਦਰਬਾਰ ਸਾਹਿਬ ਹਦੂਦ ਵਿੱਚ, ਦਰਬਾਰ ਸਾਹਿਬ ਹਦੂਦ ਵਿੱਚ। ਭਾਈ ਦਰਬਾਰ ਸਾਹਿਬ ਹਦੂਦ ਵਿੱਚ ਨਹੀਂ ਹੈ। ਵੋਟਾਂ ਪਾ ਕੇ ਚੁਣੀ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਵੋਟ ਲੈ ਕੇ ਮੈਂਬਰ ਬਣਿਆ, ਮੈਂਬਰਾਂ ਨੇ ਪ੍ਰਧਾਨ ਚੁਣਿਆ, ਪ੍ਰਧਾਨ ਨੇ ਐਗਜ਼ੈਕਟਿਵ ਕਮੇਟੀ ਦਾ ਸਟਰਕਚਰ ਤਿਆਰ ਕੀਤਾ। ਇਹ ਬਕਾਇਦਾ ਪਾਰਲੀਮੈਂਟਰੀ ਸਿਸਟਮ ਹੈ ਔਰ ਡੈਮੋਕ੍ਰੈਟਿਕ ਵੇ ਹੈ। ਤੇ ਡੈਮੋਕ੍ਰੇਸੀ ਦਾ ਸਭ ਤੋਂ ਸੌਖਾ ਤੇ ਵੱਡਾ ਹਥਿਆਰ ਹੁੰਦਾ ਹੈ ਮੋਰਚਾ ਜਾਂ ਧਰਨਾ। ਸੋ ਜਾਂ ਤਾਂ ਦਫ਼ਤਰ ਚੁੱਕ ਕੇ ਤਾਂ ਕਿਸੇ ਉਸ ਠਿਕਾਣੇ ਤੇ ਲੈ ਜਾਣ ਜਿੱਥੇ ਐਜੀਟੇਸ਼ਨ ਹੋ ਸਕਦੇ ਹੋਣ, ਤੇ ਜਾਂ ਫਿਰ ਹੱਥ ਜੜਾ ਕੇ ਇਹ ਪੁੱਠੇ ਕੰਮ ਕਰਨੇ ਬੰਦ ਕਰ ਦੇਣ। ਕਿਉਂਕਿ ਪ੍ਰਧਾਨ ਨੇ ਅੱਜ ਬੜੀ ਬੇਸ਼ਰਮੀ ਨਾਲ ਇਹ ਗੱਲ ਕਹੀ ਹੈ ਕਿ ਇੱਥੇ ਜਿਹੜਾ ਉਹ ਧਰਨਾ ਨਹੀਂ ਹੋ ਸਕਦਾ, ਇੱਥੇ ਰੋਸ ਮੁਜ਼ਾਹਰਾ ਬੈਨ ਕਰਦੇ ਆ। ਤੇ ਮੈਂ ਫਿਰ ਫੇਸਬੁੱਕ ਤੇ ਵੀ ਲਿਖਿਆ ਸੀ ਕਿ ਧਰਨਾ ਨਹੀਂ ਹੋ ਸਕਦਾ, ਇਹਦੇ ਨਾਲ ਪੰਥ ਦੀ ਸ਼ਾਨ ਖਰਾਬ ਹੁੰਦੀ ਹੈ, ਇੱਥੇ ਵਿਭਾਚਾਰ ਹੋ ਸਕਦੇ ਨੇ, ਗੋਲਕਾਂ ਲੁੱਟੀਆਂ ਜਾ ਸਕਦੀਆਂ, ਸਰਸੇ ਵਾਲੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ, ਬਲਾਤਕਾਰੀਆਂ ਨੂੰ ਮਾਫੀਆਂ ਦਿੱਤੀਆਂ ਜਾ ਸਕਦੀਆਂ, ਹਰ ਪੁੱਠਾ ਕੰਮ ਕੀਤਾ ਜਾ ਸਕਦਾ, ਘਪਲੇ, ਚੋਰੀਆਂ, ਪੈਸੇ ਦਾ ਗਬਨ, ਸਭ ਕੁਝ ਕੁੱਤੇ ਕੰਮ ਕੀਤੇ ਜਾ ਸਕਦੇ ਆ, ਸਿਰਫ ਧਰਨਾ ਨਹੀਂ ਦਿੱਤਾ ਜਾ ਸਕਦਾ। ਉਹਦੇ ਨਾਲ ਪੰਥ ਦੀ ਸ਼ਾਨ ਨਹੀਂ ਗਰਕਦੀ। ਹੁਣ ਆਉਣ ਵਾਲੇ ਸਮੇਂ 'ਚ ਬਾਕੀ ਕੁਕਰਮ ਬਾਹਰ ਆਉਣੇ ਆ, ਤੇ ਫਿਰ ਸਾਡੇ ਕੋਲ ਚਾਰਾ ਕੀ ਹੈ? ਜਿਹੜੀ ਵੋਟਾਂ ਨਾਲ ਚੁਣੀ ਹੋਈ ਸੰਸਥਾ ਦਾ, ਉਹ ਹੁੰਦਾ ਧਰਨਾ। ਸੋ ਗੱਲ ਇਹ ਹੈ ਕਿ ਬੇਨਤੀ ਹੈ ਵੀ ਇਹ ਦੋਵਾਂ 'ਚੋਂ ਇੱਕ ਪਾਸਾ ਕਰ। ਦੂਜੀ ਜਿਹੜੀ ਬੇਨਤੀ ਮੈਂ ਕਰਨੀ ਚਾਹੁੰਦਾ, ਉਹ ਮੈਂ ਕਰਨੀ ਚਾਹੁੰਦਾ ਪੂਰੀ ਦੁਨੀਆ 'ਚ ਬੈਠੇ ਹੋਏ ਪੱਗਾਂ ਵਾਲੇ ਸਿੱਖਾਂ ਨੂੰ। ਉਹ ਪਿਆਰਿਓ, ਦਿਸ ਇਜ਼ ਦਾ ਰਾਈਟ ਟਾਈਮ ਕਿ ਅੱਜ ਡਿਬੇਟ ਹੋਣੀ ਚਾਹੀਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚੋਂ ਬਾਦਲਾਂ ਦਾ ਜੂੜਾ ਕਿਵੇਂ ਲਾਉਣਾ। ਇੱਕ ਗੱਲ ਹੋਰ ਕਹਿ ਦਿਆਂ, ਇਹ ਸਰਕਾਰੀ ਸਿਸਟਮ ਨਹੀਂ ਹੈ ਕਿ ਜਿੱਥੇ ਬਹੁਮਤ ਦੇ ਨਾਲ ਮੁੱਖ ਮੰਤਰੀ ਬਣੇਗਾ। ਮੈਂ ਕਹਿਣਾ ਵੀ ਇੱਥੇ ਸਿਸਟਮ ਹੀ ਇਹ ਹੋਣਾ ਚਾਹੀਦਾ ਕਿ ਕਮ ਸੇ ਕਮ ਜਦੋਂ ਓਪੋਜੀਸ਼ਨ ਸਟਰੋਂਗ ਹੋਏਗੀ, 115 40 ਮੈਂਬਰ ਇੱਕ ਦੇ ਹੋਣਗੇ, 60 ਇੱਕ ਦੇ ਹੋਣਗੇ, ਤੇ ਕਮ ਸੇ ਕਮ ਇੱਥੇ ਇੱਕ ਸੂਈ ਵੀ ਵਿਕ ਨਹੀਂ ਸਕਦੀ। ਮੈਂ ਇੱਕ ਗੱਲ ਦਾਅਵੇ ਨਾਲ ਕਹਿਣਾ, ਸ਼੍ਰੋਮਣੀ ਕਮੇਟੀ ਸਾਡੀ ਮਾਂ ਸੰਸਥਾ, ਇਹਦਾ ਜਿਹੜਾ ਸਿਸਟਮ ਸੈੱਟ ਕੀਤਾ, ਜੇ ਸਹੀ ਢੰਗ ਨਾਲ ਚੱਲ ਜੇ ਤੇ 5 ਰੁਪਈਆਂ ਦਾ ਦੁੱਪੜ ਵੀ ਚੋਰੀ ਨਹੀਂ ਕੀਤਾ ਜਾ ਸਕਦਾ, ਇੱਕ ਅਠਿਆਨੀ ਵੀ ਚੋਰੀ ਨਹੀਂ ਕੀਤੀ ਜਾ ਸਕਦੀ ਜੇ ਪ੍ਰੋਟੋਕੋਲ ਫੋਲੋ ਹੋ ਜੇ। ਪ੍ਰੋਟੋਕੋਲ ਫੋਲੋ ਤਾਂ ਹੋਣਾ ਜੇ ਓਪੋਜੀਸ਼ਨ ਸਟਰੋਂਗ ਹੋਏਗੀ। ਇਸ ਵਾਰੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਾ ਹੈ। ਆਪੋ ਆਪਣੀਆਂ ਧੜੇਬਾਜ਼ੀਆਂ, ਆਪੋ ਆਪਣੀਆਂ ਯਾਰੀਆਂ ਦੋਸਤੀਆਂ, ਚੌਧਰਾਂ, ਪ੍ਰਧਾਨਗੀਆਂ, ਸਕੱਤਰੀਆਂ, ਗੁਰਦੁਆਰੇ ਦੀਆਂ ਜਿਹੜੀਆਂ ਰਿਲੇਸ਼ਨਸ਼ਿਪਸ ਨੇ, ਉਹ ਸਾਰੀਆਂ ਨੂੰ ਛੱਡ ਕੇ ਮੇਰੇ ਵੀਰ ਹੱਥ ਬੰਨ ਕੇ ਬੇਨਤੀ ਹੈ ਸਮੁੱਚੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਖਾਸ ਕਰਕੇ ਪੰਜਾਬ ਵਾਸਤੇ ਜਿਨ੍ਹਾਂ ਨੇ ਵੋਟਾਂ ਪਾ ਕੇ ਚੁਣਨਾ, ਕਿ ਭਾਈ ਸਿੱਖ ਸੰਸਥਾਵਾਂ ਦੇ ਵਿੱਚੋਂ ਨੁਮਾਇੰਦੇ ਲਿਆਓ ਜਿਨ੍ਹਾਂ ਨੂੰ ਪੰਥ ਦੀ ਸੋਝੀ ਹੋਵੇ, ਨਾ ਕਿ ਪ੍ਰਧਾਨਾਂ ਦੇ ਡਰਾਈਵਰ, ਨਾ ਕਿ ਅਕਾਲੀ ਦਲ ਨੂੰ ਚਾਹ ਫੜਾਉਣ ਵਾਲੇ, ਨਾ ਕਿ ਇਦਾਂ ਦਾ ਜਿਹੋ ਜਿਹਾ ਤੁਸੀਂ ਗੰਦ ਉੱਥੇ ਭਰੋਗੇ ਉਹੋ ਜਿਹੇ ਗੰਦ ਕੇ ਆਸ ਰੱਖਿਓ, ਫਿਰ ਪਿੱਟਿਓ ਨਾ। ਮੈਂ ਇੱਕ ਗੱਲ ਕਲੀਅਰ ਕਹਿਣਾ ਕਿ ਆਹ ਸਮਾਂ ਹੁਣ ਚੱਲ ਰਿਹਾ, ਅਸੀਂ ਇੱਕ ਕੱਲ ਕੰਪੇਨ ਜਿਹੜੀ ਆ ਉਹ ਸਟਾਰਟ ਕਰ ਦੇਣੀ ਹੈ। ਮੈਂ ਪਹਿਲੀ ਵਾਰੀ ਤੁਹਾਡੇ ਮੀਡੀਆ 'ਚ ਦੱਸ ਰਿਹਾ ਕਿ ਭਾਈ
ਸਿੱਖ ਸੰਸਥਾਵਾਂ ਦੇ ਜਿਹੜੇ ਬੰਦਿਆਂ ਨੇ 20-20 ਸਾਲ ਤੋਂ ਪੰਥ ਲਈ ਕੁਝ ਕੀਤਾ ਹੈ, ਉਹ ਚੰਗੇ ਨੁਮਾਇੰਦੇ ਜਿਹੜੇ ਉਹ ਚੁਣ ਕੇ ਅੱਗੇ ਆਉਣੇ ਚਾਹੀਦੇ ਆ, ਨਾ ਕਿ ਰਾਜਨੀਤਿਕ ਪਾਰਟੀਆਂ ਦੇ ਚਪਲੀ ਚੱਟ ਟੁੱਕੜ ਬੋਚ। ਉਹ ਭੁੱਖ ਦੇ ਦੋਖੇ ਰਾਜਨੀਤਿਕ ਪਾਰਟੀਆਂ ਦੇ ਧੱਕੇ ਖਾ ਰਹੇ ਹੁੰਦੇ ਆ, ਇੱਥੇ ਆ ਕੇ ਵੀ ਕੁਝ ਕਰਦੇ ਆ। ਇੱਥੇ ਪੜ੍ਹੇ ਲਿਖੇ ਵਰਗ ਨੂੰ ਆਉਣਾ ਪੈਣਾ, ਤਾਂ ਹੀ ਕੋਈ ਹੱਲ ਜੀ। ਧੰਨਵਾਦ। ਤੇ ਵੀਰ ਜੀ ਹੁਣ ਅਸੀਂ ਆਵਾਂਗੇ ਵਾਪਸ ਕਿਸਾਨਾਂ ਦੇ ਮੋਰਚੇ ਵੱਲ। ਤੇ ਹੁਣ ਜਿਹੜੀ ਰੀਸੈਂਟਲੀ ਗੱਲ ਪਤਾ ਲੱਗੀ ਕਿ ਪਹਿਲਾਂ ਤਾਂ ਕਿਸਾਨਾਂ ਨੇ ਇਹ ਗੱਲ ਮੰਨ ਲਈ ਸੀ, ਬੜੀ ਸਮਝਦਾਰੀ ਤੋਂ ਕੰਮ ਲਿਆ ਸੀ ਕਿ ਰੇਲ ਦੀਆਂ ਪਟੜੀਆਂ ਤੋਂ ਧਰਨੇ ਚੁੱਕ ਲੈ ਤਾਂ ਕਿ ਜਿਹੜੀਆਂ ਮਾਲ ਗੱਡੀਆਂ ਉਹ ਆ ਸਕਣ ਪੰਜਾਬ ਵੱਲ ਨੂੰ। ਤੇ ਹੁਣ ਇਹ ਜਿਹੜੀਆਂ ਮਾਲ ਗੱਡੀਆਂ ਰੋਕ ਦਿੱਤੀਆਂ ਗਈਆਂ ਤੇ ਮੰਗ ਰੱਖੀ ਗਈ ਕਿ ਜਿੰਨਾ ਚਿਰ ਸਵਾਰੀਆਂ ਵਾਲੀਆਂ ਗੱਡੀਆਂ ਨਹੀਂ ਤੁਸੀਂ ਆਉਣ ਦਿੰਦੇ, ਉਹਨਾਂ ਚਿਰ ਮਾਲ ਗੱਡੀਆਂ ਵੀ ਨਹੀਂ ਆਉਣ ਦਿੱਤੀਆਂ ਜਾਣੀਆਂ। ਹੁਣ ਕੀ ਸਿਚੁਏਸ਼ਨ ਆ ਰਾਈਟ ਨਾਓ ਕਿਸਾਨਾਂ ਦੇ ਮੋਰਚਿਆਂ ਦੀ? ਸ਼ੰਭੂ ਬਾਰਡਰ ਤੇ ਕਹਿੰਦੇ ਰਾਜਨੀਤੀ ਵੀ ਖੇਡੀ ਜਾ ਰਹੀ ਆ ਮੋਰਚਿਆਂ ਦੇ ਵਿੱਚ, ਸੋ ਥੋੜਾ ਜਿਹਾ ਇਹਦੇ ਬਾਰੇ ਕਲੀਅਰਲੀ ਦੱਸੋ, ਕਿਉਂਕਿ ਤੁਸੀਂ ਵਿਚਰਦੇ ਹੋ, ਤੁਸੀਂ ਇਹਨਾਂ ਮੋਰਚਿਆਂ 'ਚ ਜਾਂਦੇ ਹੋ, ਤੁਹਾਡੇ ਤੋਂ ਜਾਣਨਾ ਚਾਹਾਂਗੇ ਜੀ। ਭੈਣ ਜੀ, ਜਿਹੜੀ ਗੱਲ ਤਾਂ ਪਹਿਲਾਂ ਆਪਾਂ ਕਰੀਏ ਰੇਲ ਗੱਡੀਆਂ ਵਾਲੀ, ਹੈ ਨਾ ਜੀ, ਉਹਦੇ ਵਿੱਚ ਮੈਂ ਇੱਕ ਗੱਲ ਕਲੀਅਰ ਜੀ ਕਹਿਣਾ ਚਾਹੁੰਦਾ ਕਿ ਮੋਦੀ ਨੇ ਥੋੜੇ ਦਿਨ ਪਹਿਲਾਂ, ਪਰਸੋਂ ਚੌਥ ਦੀ ਹੋਈ ਗੱਲ ਹੈ, ਜੇ ਮੈਂ ਜ਼ਿਆਦਾ ਦੂਰ ਨਾ ਜਾਵਾਂ ਤਾਂ ਮੋਦੀ ਨੇ ਇੱਕ ਗੱਲ ਕਹੀ ਹੈ ਕਿ ਨਾ 370 ਧਾਰਾ ਤੋਂ ਪਿੱਛੇ ਹਟਾਂਗੇ ਤੇ ਨਾ ਕਿਸਾਨਾਂ ਦੇ ਇਹਨਾਂ ਕਾਨੂੰਨਾਂ ਤੋਂ ਪਿੱਛੇ ਹਟਾਂਗੇ। ਤੁਸੀਂ ਮੈਨੂੰ ਦੱਸੋ, ਤੁਸੀਂ ਸਿਆਣੇ ਹੋ, 370 ਧਾਰਾ ਦਾ ਕਿਸਾਨਾਂ ਦੇ ਕਾਨੂੰਨਾਂ ਨਾਲ ਆਪਸ ਵਿੱਚ ਕੋਈ ਲਿੰਕ ਹੈਗਾ? ਬਿਲਕੁਲ ਜੀ ਨਹੀਂ ਹੈਗਾ। ਸਬੰਧ ਬਣਦਾ, ਮੈਂ ਤੁਹਾਨੂੰ ਦੱਸਦਾ ਕਿੱਥੇ ਸਬੰਧ ਬਣਦਾ। ਇਹ ਮੋਦੀ ਦਾ ਇਸ਼ਾਰਾ ਸਮਝਣ ਦੀ ਲੋੜ ਹੈ। ਇਹਨਾਂ ਦਾ ਸਬੰਧ ਬਣਦਾ ਹੈ ਕਿ 370 ਧਾਰਾ ਜੰਮੂ ਕਸ਼ਮੀਰ ਚੋਂ ਹਟਾਈ ਗਏ ਸੀ ਆਪਣਾ ਨੱਕ ਰੱਖਣ ਵਾਸਤੇ, ਆਕੜ ਪੂਰੀ ਕਰਨ ਵਾਸਤੇ, ਹਿੰਦੂ ਰਾਸ਼ਟਰ ਸਿੱਧ ਕਰਨ ਵਾਸਤੇ, ਕਿ ਜੋ ਅਸੀਂ ਬਿੱਦ ਲਿਆ ਕਿ ਅਸੀਂ ਫੈਡਰਲ ਸਿਸਟਮ ਨਹੀਂ ਡਿਵੈਲਪ ਹੋਣ ਦੇਣਾ, ਕਿਸੇ ਵੀ ਸਟੇਟ ਕੋ ਐਕਸਟਰਾ ਅਧਿਕਾਰ ਨਹੀਂ ਹੋਣਗੇ, ਉਹ ਖਤਮ ਕਰਨੇ ਆ। ਉਹ 370 ਧਾਰਾ ਤੋੜੀ ਗਈ। ਤੇ ਜੇ ਕਰੀਏ ਕਿਸਾਨੀ ਮੁੱਦਿਆਂ ਦਾ ਮਸਲਾ ਕਿਸਾਨਾਂ ਦਾ ਲੱਕ ਤੋੜਨ ਤੱਕ ਸੀਮਤ ਨਹੀਂ ਹੈ, ਇੱਥੇ ਉਹ ਹਿੰਦੂ ਰਾਸ਼ਟਰ ਸਿਰਜਣ ਵਾਸਤੇ, ਆਪਣੀ ਹੈਂਕੜ ਪੂਰੀ ਕਰਨ ਵਾਸਤੇ, ਆਪਣੀ ਜਿਹੜੀ ਉਹ ਮੁਗਲੀਆ ਸਲਤਨਤ ਦੀ ਜਿਹੜੀ ਸਿਸਟਮ ਸੀ ਨਾ, ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ, ਲੋਕਤੰਤਰ ਦਾ ਵਿੱਚ ਘਾਣ ਹੋਣਾ ਬਾਕੀ ਨਹੀਂ, ਘਾਣ ਹੋ ਚੁੱਕਾ ਹੈ। ਇਹ ਡਿਕਟੇਟਰਸ਼ਿਪ ਹੋ ਗਈ ਹੈ, ਹਿਟਲਰ ਰਾਜ ਬਣ ਗਿਆ। ਮੋਦੀ ਕਹਿੰਦਾ ਜੋ ਮੂੰਹ ਚੋਂ ਕੱਢੂੰਗਾ ਪੂਰਾ ਕਰਕੇ ਦਿਖਾਊਂਗਾ, ਉਹਦੇ ਨਾਲ ਦੇਸ਼ ਦਾ ਫਾਇਦਾ ਹੋਵੇ ਨੁਕਸਾਨ ਹੋਵੇ। ਇਸ ਕਰਕੇ ਸਾਨੂੰ ਸਮਝਣਾ ਪੈਣਾ, ਜਦੋਂ ਕਿਸਾਨਾਂ ਨੇ ਅੱਜ ਵੱਡਾ ਦਿਲ ਕਰਕੇ ਗੱਲ ਕਿਹਾ ਕਿ ਅਸੀਂ ਜਿਹੜੇ ਲੋੜੀਂਦੀਆਂ ਜਿਹੜੀਆਂ ਮਾਲ ਗੱਡੀਆਂ ਉਹ ਚੱਲਣ ਦੇਾਂਗੇ, ਅਸੀਂ ਪੈਸੇਂਜਰ ਟ੍ਰੇਨਾਂ ਨਹੀਂ ਚੱਲਣ ਦੇਣੀਆਂ। ਐਜੀਟੇਸ਼ਨ ਦਾ ਮਤਲਬ ਕੀ ਹੈ ਜੀ? ਐਜੀਟੇਸ਼ਨ ਦਾ ਇਹੀ ਮਤਲਬ ਹੁੰਦਾ ਕਿ ਉਸ ਧਿਰ ਨੂੰ ਜਿਹੜਾ ਉਹ ਮਜਬੂਰ ਕੀਤਾ ਜਾਵੇ, ਸਾਡੀ ਮਹਿਸੂਸ ਕਰਵਾਈਏ ਜਿਹੜੀ ਧਿਰ ਨਾਲ ਸਾਡਾ ਰੱਟਾ। ਜਦੋਂ ਸੈਂਟਰ ਦਾ ਸਾਡਾ ਰੱਟਾ ਹੈ, ਟ੍ਰੇਨਾਂ ਦਾ ਸਾਰਾ ਆਮਦਨੀ ਸੈਂਟਰ ਗਵਰਨਮੈਂਟ ਨੂੰ ਜਾਂਦੀ ਸੀ ਤੇ ਅਸੀਂ ਉਹ ਰੋਕੀਆਂ ਹੋਈਆਂ ਸੀਗੀਆਂ। ਪਰ ਲੋੜ ਪੈਣ ਤੇ, ਜਿਵੇਂ ਧਰਨਿਆਂ ਵਿੱਚ ਵੀ ਅਸੀਂ ਆਪਾਂ ਰੋਜ਼ ਐਂਬੂਲੈਂਸ ਨੂੰ ਲੰਘਣ ਦੀ ਇਜਾਜ਼ਤ ਦਿੰਦੇ ਹਾਂ, ਕੋਈ ਮਸਲਾ ਨਹੀਂ। ਜੇ ਕਿਸਾਨਾਂ ਨੇ ਵੱਡਾ ਦਿਲ ਕਰਕੇ ਗੱਲ ਕਹੀ ਸੀ ਤੇ ਮੋਦੀ ਆਪਣੀ ਮੁਗਲੀਆ ਸਲਤਨਤ, ਔਰੰਗਜ਼ੇਬ ਵਾਲੀ ਸੋਚ ਦੇ ਨਾਲ, ਦਬਾਲਾ ਹੈਂਕੜ ਦੇ ਨਾਲ, ਭਾਵੇਂ ਪੰਜਾਬ ਜਾਂ ਬਾਕੀ ਸਟੇਟਾਂ ਨੇ ਵੀ ਵੋਟਾਂ ਪਾ ਕੇ ਇਹਨਾਂ ਨੂੰ ਵੋਟ ਕੀਤਾ, ਇਹ ਪ੍ਰਧਾਨ ਮੰਤਰੀ ਬਣੇ ਨੇ, ਪਰ ਖਤਮ ਹੋ ਚੁੱਕਾ ਲੋਕਤੰਤਰ। ਕੋਈ ਲੋਕਾਂ ਦੀ ਆਵਾਜ਼ ਨਹੀਂ ਹੈ, ਸਿਰਫ ਤੇ ਸਿਰਫ ਹਿਟਲਰ ਰਾਜ ਹਿੰਦੁਸਤਾਨ 'ਚ ਬਣ ਚੁੱਕਾ ਹੈ ਜੀ। ਤੇ ਮੋਦੀ ਦਾ ਇੱਕੋ ਇੱਕ ਕਹਿਣਾ ਹੈ ਕਿ ਜੋ ਮੇਰੇ ਮਨ ਹੈ ਕਿ ਮੈਂ ਕਰਾਂਗਾ, ਔਰ ਜਿੱਦ ਕਰਾਂਗਾ, ਅੜੀ ਕਰਾਂਗਾ। ਸੋ ਇਹ ਗੱਲ ਕਹਿਣੀ, ਇਹ ਬਿਲਕੁਲ ਅੜੀ ਹੈ, ਸਾਨੂੰ ਪੰਜਾਬੀ 'ਚ ਸਮਝ ਲੈਣੀ ਚਾਹੀਦੀ। ਅਗਲੀ ਗੱਲ ਕਿ ਜਿਹੜੀ ਪੰਜਾਬ ਦੇ ਵਿੱਚ ਐਜੀਟੇਸ਼ਨ ਹੋਇਆ, ਇੱਕ ਤਾਂ ਮੈਂ ਕਲੀਅਰ ਕੱਟ ਕਵਾਂ, ਇਹ ਮੁਬਾਰਕ ਹੈ। 30-35 ਸਾਲ ਤੋਂ ਸੰਘਰਸ਼ ਤਾਂ ਕਦੇ ਵੀ ਨਹੀਂ ਰੁਕਿਆ ਪੰਜਾਬ ਵਿੱਚ, ਪਰ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਤੋਂ ਬਾਅਦ ਵੀ ਸੰਘਰਸ਼ ਨੂੰ ਜਿਹੜਾ ਉਹ ਖਰੀਦ ਲਿਆ ਗਿਆ ਜਾਂ ਖਤਮ ਕਰ ਦਿੱਤਾ ਗਿਆ। ਪਰ ਮੈਂ ਇਸ ਗੱਲ ਦੀ ਮੁਬਾਰਕਬਾਦ ਦੇਣਾ ਤੁਹਾਡੇ ਪਲੇਟਫਾਰਮ ਤੋਂ ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਕਿ ਇਹ ਬਹੁਤ ਸ਼ੁਭ ਸ਼ਗਨ ਹੈ ਜਦੋਂ ਇੱਕ ਬੱਚਾ ਵੀ ਝੰਡਾ ਲੈ ਕੇ, ਬਜ਼ੁਰਗ 80 ਸਾਲ ਦਾ ਝੰਡਾ ਲੈ ਕੇ, ਬੀਬੀਆਂ ਮਾਈਆਂ, ਤੁਸੀਂ ਹੁਣੇ ਥੋੜੇ ਦਿਨ ਪਹਿਲਾਂ ਵੇਖਿਆ ਕਿ ਕੇਸਰੀ ਦੁਪੱਟੇ ਲੈ ਕੇ ਭੈਣਾਂ ਨੇ ਸਾਡੀਆਂ ਨੇ ਸੰਘਰਸ਼ ਕੀਤਾ। ਇਹ ਬਹੁਤ ਵੱਡੀ ਗੱਲ ਹੈ ਜਿਹਦੇ ਵਿੱਚ ਮੁਸਲਮਾਨ ਇਸਲਾਮਿਕ ਭਾਈਚਾਰਾ ਨਾਲ ਆ ਰਿਹਾ, ਸੋ ਕਾਲਡ ਜਿਨ੍ਹਾਂ ਨੂੰ ਦਲਿਤ ਕਿਹਾ ਜਾਂਦਾ, ਉਹ ਭਾਈਚਾਰਾ ਸਾਡੇ ਨਾਲ ਆ ਰਿਹਾ। ਸਾਰੇ ਪੰਜਾਬ ਨੇ ਇੱਕ ਸੁਰਤਾ ਨਾਲ ਆਵਾਜ਼ ਦੇ ਕੇ ਕਿਹਾ ਕਿ ਭਾਈ ਮੋਦੀ ਜੀ, ਜੇ ਔਰੰਗਜ਼ੇਬ ਦੀ ਈਣ ਪੰਜਾਬ ਨੇ ਨਹੀਂ ਮੰਨੀ ਤਾਂ ਬਾਬਾ ਤੇਰੀ ਈਣ ਵੀ ਪੰਜਾਬ ਨਹੀਂ ਮੰਨੇਗਾ। ਇਹ ਇੱਕ ਵਧੀਆ ਪੋਜ਼ਿਟਿਵ ਹੈ, ਉਹ ਸਾਨੂੰ ਰਿਸਪੌਂਸ ਮਿਲਿਆ। ਜਿਹੜੇ ਕਿਹਾ ਜਾਂਦਾ ਸੀ ਪੰਜਾਬ ਦਾ ਨੌਜਵਾਨ ਨਸ਼ੇੜੀ ਹੋ ਗਿਆ, ਖਤਮ ਹੋ ਚੁੱਕਾ, ਪੰਜਾਬ ਹੁਣ ਨਹੀਂ ਉੱਠਦਾ, ਲੱਕ ਟੁੱਟ ਗਿਆ, ਖਤਮ ਹੋ ਗਿਆ, ਉਹ ਚੀਜ਼ਾਂ ਨਹੀਂ ਹੈ। ਇਹ ਪੋਜ਼ਿਟਿਵ ਹੈ। ਦੂਜੀ ਬੇਨਤੀ,
ਤੁਸੀਂ ਕੈਨੇਡਾ, ਅਮਰੀਕਾ ਵਸਦੇ, ਯੂਰਪੀਅਨ ਕੰਟਰੀਆਂ 'ਚ ਵਸਦੇ ਹੋਏ ਲੋਕਾਂ ਨੇ, ਭਾਵੇਂ ਕਿ ਉਹਦਾ ਬਹੁਤ ਛੋਟਾ ਮਾਇਨਾ, ਕੋਈ ਬਾਹਲਾ ਪ੍ਰੈਸ਼ਰ ਬਿਲਡ ਨਹੀਂ ਹੁੰਦਾ ਸੈਂਟਰ ਗਵਰਨਮੈਂਟ ਤੇ, ਪਰ ਜਿਹੜੀਆਂ ਛੋਟੀਆਂ ਵੱਡੀਆਂ ਰੈਲੀਆਂ ਕੀਤੀਆਂ, ਜਿਹੜਾ ਅਵੇਅਰਨੈਸ ਕੰਪੇਨਸ ਚਲਾਈਆਂ, ਉਹਨੇ ਬਹੁਤ ਵੱਡਾ ਜਿਹੜਾ ਪੰਜਾਬ ਦੇ ਉੱਤੇ ਇੰਪੈਕਟ। ਅਗਲੀ ਗੱਲ ਆ ਗਈ ਕਿ ਇਹਦੇ ਤੇ ਹੁਣ ਰਾਜਨੀਤੀ ਕੀ ਹੋ ਰਹੀ। ਦੇਖੋ, ਕਿਸਾਨ ਜਥੇਬੰਦੀਆਂ ਤਾਂ ਸ਼ੁਰੂ ਤੋਂ ਹੀ ਮਤਲਬ ਕਹਿ ਲਓ ਵੀ ਜਿੱਦਾਂ ਉਹਨਾਂ ਨੂੰ ਸੈੱਟ ਬਹਿੰਦਾ ਸੀ ਉਹ ਚਲਾਉਂਦੀਆਂ ਰਹੀਆਂ। ਉਹਨਾਂ ਦੇ ਅਹੁਦੇਦਾਰ ਜਿਹੜੇ ਪ੍ਰਧਾਨ ਰਹੇ ਉਹ ਅਕਾਲੀ ਕਾਂਗਰਸੀਆਂ ਤੋਂ ਵੱਡੇ ਅਹੁਦੇ ਲੈਂਦੇ ਆਏ ਤੇ ਹਮੇਸ਼ਾ ਹੀ ਮਤਲਬ ਸੈਟਿੰਗ 'ਚ ਚੱਲਦੇ ਆਏ। ਇਸ ਵਾਰ ਹੋਇਆ ਕਿ ਸ਼ੰਭੂ ਮੋਰਚਾ ਵੀ ਲੱਗਾ ਤੇ ਜਿਹੜੇ ਕਲਾਕਾਰ ਭਾਈਚਾਰਾ ਸੀ ਉਹ ਆਪਣੇ ਤੌਰ ਤੇ ਵੀ ਸਾਰੇ ਸ਼ਹਿਰਾਂ 'ਚ ਐਜੀਟੇਸ਼ਨ ਕਰ ਰਹੇ ਸੀ। ਸੋ ਹੋਇਆ ਕਿ ਮਲਟੀ ਡਿਮੈਂਸ਼ਨਲ ਕਹਿ ਲਓ, ਜ਼ਿਆਦੀਆਂ ਖਿੜਕੀਆਂ ਖੁੱਲ ਗਈਆਂ ਸੰਘਰਸ਼ ਦੀਆਂ, ਤੇ ਇੱਕ ਟੀਮ ਕਿਸੇ ਲੀਡਰ ਨਾਲ ਮਿਲ ਕੇ, ਜਿਵੇਂ ਬਰਗਾੜੀ ਵਾਰੀ ਕੀ ਹੋਇਆ ਸੀ, ਇੱਕੋ ਹੀ ਟੀਮ ਸੀ, ਉਹ ਸਰਕਾਰ ਨਾਲ ਮਿਲ ਗਈ ਤੇ ਮੋਰਚਾ ਫੇਲ ਹੋ ਗਿਆ। ਇਸ ਵਾਰੀ ਕੀ ਹੈ ਕਿ ਅਲੱਗ-ਅਲੱਗ ਧਿਰਾਂ ਨੇ, ਹਨਾ। ਸ਼ੰਭੂ ਮੋਰਚੇ ਵਾਲਿਆਂ ਦੀ ਆਪਣੀ ਇੰਪੋਰਟੈਂਸ ਹੈ, ਉੱਥੇ ਬੈਠਿਆ ਬੁੱਧੀਜੀਵੀ ਤਬਕਾ, ਉੱਥੋਂ ਖੁਦ ਮੁਖਤਿਆਰੀ ਦੀ ਗੱਲ ਹੋ ਰਹੀ ਹੈ, ਫੈਡਰਲ ਸਟਰਕਚਰ ਦੀ ਗੱਲ ਹੋ ਰਹੀ ਹੈ, MSP ਤੋਂ ਉੱਠ ਕੇ ਵੱਡੀਆਂ ਮੰਗਾਂ ਦੀ ਗੱਲ ਹੋ ਰਹੀ ਹੈ, ਹਨਾ। ਉਹ ਸ਼ੁਭ ਸ਼ਗਨ। ਆਪਾਂ ਉਹਨੂੰ ਪਹਿਲਾਂ ਪੋਜ਼ਿਟਿਵ ਚੀਜ਼ਾਂ ਦੇਖੀਏ, ਵੀ ਪੋਜ਼ਿਟਿਵ ਚੀਜ਼ਾਂ ਕੀ ਹੈ। ਦੀਪ ਸਿੱਧੂ ਇਮੋਸ਼ਨਲ ਹੈ, ਅਸੀਂ ਕਿਉਂਕਿ ਉਹਨੂੰ ਮਤਲਬ ਪਿਛਲੇ 2 ਮਹੀਨਿਆਂ ਤੋਂ ਹੀ ਜਾਣਦੇ ਹਾਂ। ਉਹ ਇਮੋਸ਼ਨਲ ਹੈ, ਪਰ ਉਹਦੇ ਅੰਦਰ ਅਜੇ ਕੋਈ ਏਦਾਂ ਦੀ ਗੱਲ ਨਹੀਂ ਆਈ ਕਿ ਜਿਹਦੇ ਤੋਂ ਇੰਝ ਲੱਗੇ ਕਿ ਪੰਜਾਬ ਨੂੰ ਸ਼ਾਇਦ ਕੋਈ ਨੁਕਸਾਨ ਹੋ ਸਕਦਾ। ਉਹ ਕਈ ਵਾਰੀ ਭਾਵੁਕਤਾ ਜ਼ਰੂਰ, ਕਿਉਂਕਿ ਕੋਈ ਵੀ ਐਜੀਟੇਸ਼ਨ ਲੀਡਰ ਹੈ ਜਾਂ ਕੋਈ ਭਾਵੁਕਤਾ ਦੇ ਨਾਲ ਹੀ ਆਉਂਦਾ, ਇਹ ਕੋਈ ਏਡੀ ਨਹੀਂ ਹੁੰਦੀ। ਕਲਾਕਾਰ ਸਾਰੇ ਭਰਾ ਆਪਣੇ ਨਾਲ ਆਏ। ਕੰਵਰ ਗਰੇਵਾਲ ਹੋਣੀ ਤਾਂ ਸਾਰਾ ਘਰ-ਬਾਰ ਛੱਡ ਕੇ ਧਰਨਿਆਂ ਤੇ ਹੀ ਨੇ। ਉਹ ਰੋਜ਼ ਮਤਲਬ ਲੰਗਰ ਚੋਂ ਪ੍ਰਸ਼ਾਦਾ ਛੱਕ ਕੇ 24/7 ਕਿਤੇ ਨਾ ਕਿਤੇ ਧਰਨਿਆਂ ਦੇ ਵਿੱਚ ਹੀ ਹੈ। ਸੋ ਲੱਖਾਂ ਸੋ ਇਹ ਮੁਹਿੰਮ ਵੱਡੇ ਪੱਧਰ ਤੇ ਚੱਲੀ। ਹੁਣ ਗੱਲ ਆ ਕਿ ਕਿਸਾਨਾਂ ਨੂੰ ਤਾਂ ਨਾ ਕਰਤੀ ਮੋਦੀ ਨੇ ਵੀ ਮੈਂ ਨਹੀਂ ਚਲਾਉਣਾ। ਹੁਣ ਮਸਲਾ ਇਹ ਹੈ ਸਾਰੀਆਂ ਧਿਰਾਂ ਲਈ, ਕਿਉਂਕਿ ਜੇ ਕਿਸਾਨ ਮੱਠੇ ਪੈ ਤੇ ਸ਼ੰਭੂ ਸਟਰੋਂਗ ਹੋ ਜਾਊਗਾ, ਸ਼ੰਭੂ ਮੱਠਾ ਪਿਆ ਤੇ ਕਲਾਕਾਰ ਸਟਰੋਂਗ ਹੋ ਜਾਣਗੇ। ਇਹ ਗੱਲ ਸਾਰੀਆਂ ਧਿਰਾਂ ਦੇ ਉੱਤੇ ਕੁੰਡਾ ਹੈ ਕਿ ਜੇ ਮੈਂ ਆਪਣੇ ਆਸ਼ੇ ਤੋਂ ਪਿੱਛੇ ਪੈਰ ਪੱਟਿਆ ਤੇ ਮੇਰੀ ਜਾਨ ਗਈ। ਹੁਣ ਮਸਲਾ ਮੈਂ ਲਾਸਟ ਗੱਲ ਕਹਿੰਦਾ, ਮਸਲਾ ਇਸ ਗੱਲ ਤੇ ਆ ਗਿਆ ਜੀ ਕਿ ਹੁਣ ਕੀ ਇਹਦਾ ਇੱਕ ਵੇ ਆਊਟ ਤਾਂ ਨਿਕਲੇਗਾ। ਮੋਦੀ ਤਾਂ ਜਵਾਬ ਦੇਈ ਜਾਂਦਾ, ਕਰੀਏ ਕੀ, ਇਹ ਐਕਸ਼ਨ ਲੈ ਕੇ ਕਿੱਧਰ ਤੋਂ ਜਾਈਏ। ਤੇ ਮੈਨੂੰ ਲੱਗਦਾ ਕਿਉਂਕਿ ਕੱਲ ਅਸੀਂ ਸ਼ੰਭੂ ਹੀ ਸੀਗੇ ਕਿ ਉਸ ਤੋਂ ਬਾਅਦ ਅੱਜ ਜਿਹੜੀ ਉਹਨਾਂ ਦੀਪ ਸਿੱਧੂ ਹੋਣਾ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਸਾਰਿਆਂ ਨੇ ਆਪਣਾ ਆਪਣਾ ਸੋਚ ਲਿਆ। ਕਿਸਾਨਾਂ ਜਥੇਬੰਦੀਆਂ ਨਾਲ ਇੱਥੋਂ ਤੱਕ ਹੀ ਹੈ ਕਿ ਜੇ MSP ਰਹਿ ਜੇ ਜਾਂ ਮਿਡਵੇ ਨਿਕਲ ਕੇ ਕੋਈ ਨਾ ਕੋਈ ਅਮੈਂਡਮੈਂਟ ਬਿੱਲ 'ਚ ਆ ਜੇ ਤਾਂ ਅਸੀਂ ਉਹਨੂੰ ਆਪਣੀ ਜਿੱਤ ਮੰਨ ਕੇ ਜਿਹੜਾ ਉਹ ਘਰੇ ਜਾਵਾਂਗੇ। ਸ਼ੰਭੂ ਮੋਰਚੇ ਨੂੰ ਲੱਗਦਾ ਹੈ ਕਿ ਚੇਤਨਤਾ ਲਿਆਉਣੀ ਬਹੁਤ ਜ਼ਰੂਰੀ ਹੈ। ਕੱਲਾ MSP ਜਾਂ ਅੱਜ ਕਿਸਾਨੀ ਦਾ ਮਸਲਾ ਨਹੀਂ ਹੈ, ਮਸਲਾ ਪਾਣੀਆਂ ਦਾ ਵੀ ਹੈ, ਮਸਲਾ ਚੰਡੀਗੜ੍ਹ ਦਾ ਵੀ ਹੈ, ਮਸਲਾ ਬੰਦੀ ਸਿੰਘਾਂ ਦਾ ਵੀ ਹੈ, ਮਸਲਾ ਪੰਜਾਬ ਦੀ ਖੁਦ ਮੁਖਤਿਆਰੀ ਦਾ ਵੀ ਹੈ, ਪੰਜਾਬੀਆਂ ਦੀ ਹੋਂਦ ਦਾ ਵੀ ਹੈ ਤੇ ਸਿੱਖਾਂ ਦੀ ਆਇਡੈਂਟੀਟੀ ਦਾ ਵੀ। ਅਨੰਦਪੁਰ ਦੀ ਗੱਲ ਬਾਰ-ਬਾਰ ਤਾਂ ਹੀ ਉੱਥੋਂ ਹੋ ਜਿਹੜੀਆਂ ਮੈਂ ਤੁਹਾਨੂੰ ਵਿੱਚ ਥੋੜਾ ਜਿਹਾ ਟੋਕਦੇ ਆ, ਜਿਹੜੀਆਂ ਜਥੇਬੰਦੀਆਂ ਸਾਰੀਆਂ ਭਾਵੇਂ ਉਹ ਸ਼ੰਭੂ ਮੋਰਚੇ ਤੇ ਬੈਠੀਆਂ ਨੇ ਜਾਂ ਅਲੱਗ-ਅਲੱਗ ਥਾਂ ਤੇ ਹੋਰ ਮੋਰਚੇ ਲਾਏ ਹੋਏ ਨੇ, ਕਿਉਂਕਿ ਜਦੋਂ ਵੀ ਕੋਈ ਵਿਅਕਤੀ ਕੰਮ ਕਰਦਾ ਹੈ ਉਹਨੂੰ ਦੋਨੇ ਪੱਖ ਦੇਖਣੇ ਪੈਂਦੇ ਨੇ, ਨਫਾ ਵੀ ਤੇ ਨੁਕਸਾਨ ਵੀ। ਉਹਨਾਂ ਨੂੰ ਪਤਾ ਹੈ ਜੇ ਮੰਗਾਂ ਮੰਨੀਆਂ ਗਈਆਂ ਤੇ ਸਾਡਾ ਇਹ ਨਫਾ ਹੋਣਾ ਹੈ। ਕੀ ਨੁਕਸਾਨ ਬਾਰੇ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ, ਹੁਣ ਕਿਸਾਨ ਜਥੇਬੰਦੀਆਂ ਦਾ ਮੋਰਚਾ ਨਹੀਂ ਰਹਿ ਗਿਆ, ਕਿਸਾਨ ਦੇ ਨਾਲ ਮਜ਼ਦੂਰ ਵੀ ਲੱਗ ਗਏ ਆ, ਦਿਹਾੜੀਦਾਰ ਵੀ ਲੱਗ ਗਿਆ, ਹਰ ਵਿਅਕਤੀ ਉਹਨਾਂ ਦੇ ਨਾਲ ਲੱਗਾ ਹੈ। ਕੀ ਉਹਨਾਂ ਨੂੰ ਪਤਾ ਹੈ ਕਿ ਜਿਵੇਂ ਮੋਦੀ ਸਾਹਿਬ ਨੇ ਪਰਸੋਂ ਦੇ ਬਿਆਨ ਦੇ ਵਿੱਚ ਇਹ ਗੱਲ ਕਹੀ ਹੈ ਕਿ ਭਾਈਓ ਔਰ ਬਹਿਨੋ, ਬਿਹਾਰ ਦੇ ਵਿੱਚ ਜਦੋਂ ਲੈਕਚਰ ਦੇ ਰਹੇ ਸੀ, ਮੈਂ ਲੈਕਚਰ ਸੁਣਿਆ ਬੜੇ ਧਿਆਨ ਦੇ ਨਾਲ, ਕਿ ਜਿਹੜਾ ਕਿਸਾਨਾਂ ਦਾ ਬਿੱਲ ਪਾਸ ਹੋ ਗਿਆ ਕਦਾ ਚਿੱਤ ਵੀ ਉਹ ਵਾਪਸ ਨਹੀਂ ਹੋਏਗਾ। ਤੁਹਾਨੂੰ ਪਤਾ ਹੈ ਕਸ਼ਮੀਰੀਆਂ ਨੇ ਰੌਲਾ ਪਾਇਆ ਸੀ, ਬੰਦੀ ਬਣਾ ਕੇ ਫੌਜ ਭੇਜ ਕੇ ਧਾਰਾ 370 ਲਾ ਕੇ ਸੂਬੇ ਦੀ ਥਾਂ ਤੇ ਯੂਨੀਅਨ ਟੈਰੀਟਰੀ ਬਣਾ ਦਿੱਤੀ, ਸਾਰੇ ਅਧਿਕਾਰ ਖਤਮ ਕਰ ਦਿੱਤੇ। ਕੀ ਇਸ ਬਾਰੇ ਅਵੇਅਰ ਨੇ ਪੰਜਾਬ ਦੇ ਲੋਕ ਕਿ ਰਾਸ਼ਟਰਪਤੀ ਲਾਗੂ ਕਰਕੇ ਸਾਡੇ ਨਾਲ ਵੀ ਇਸ ਤਰ੍ਹਾਂ ਦਾ ਦੁਖਾਂਤ ਵਾਪਰ ਸਕਦਾ ਹੈ? ਇਸ ਗੱਲ ਤੋਂ ਪੰਜਾਬ ਦੀਆਂ ਤਕਰੀਬਨ ਸਾਰੀਆਂ ਧਿਰਾਂ ਹੀ ਅਵੇਅਰ ਨੇ, ਕਿਉਂਕਿ ਬਾਰ-ਬਾਰ ਉਹਨਾਂ ਦੇ ਬਿਆਨ ਵੀ ਇਹਦੇ ਰਿਗਾਰਡਿੰਗ ਆਉਂਦੇ ਰਹਿੰਦੇ। ਪਰ ਮੈਨੂੰ ਇਹ ਲੱਗਦਾ ਕਿ ਇਹ ਸਭ ਤੋਂ ਵੱਡਾ ਸੰਕੇਤ ਇਸ ਵਾਰੀ ਹੈ ਕਿ ਸਾਰਾ ਸੰਘਰਸ਼ ਬੜਾ ਸਿਆਣੇ ਹੋ ਕੇ ਲੜਿਆ ਜਾ ਰਿਹਾ। ਇਹਦੇ 'ਚ ਉਸ ਲੈਵਲ ਦੀ ਕੋਈ ਵਾਇਲੈਂਟ ਗੱਲ ਨਹੀਂ ਕੀਤੀ ਜਾ ਰਹੀ, ਸ਼ਾਂਤਮਈ ਹੈ, ਬੜੇ ਸੁਹਿਰਦਤਾ ਦੇ ਨਾਲ ਇਸ ਐਜੀਟੇਸ਼ਨ ਨੂੰ ਲੌਂਗ ਟਰਮ ਪਲੈਨਿੰਗ ਦੇ ਨਾਲ ਚਲਾਇਆ ਜਾ ਰਿਹਾ। ਸੋ ਪਰ ਇੱਕ ਗੱਲ ਜ਼ਰੂਰ ਹੁੰਦੀ ਹੈ ਕਿ ਸੈਂਟਰ ਦੀਆਂ ਏਜੰਸੀਆਂ ਜਦੋਂ ਕੁਝ ਕਰਨਾ ਚਾਹੁੰਦੀਆਂ ਫਿਰ ਉਹਨਾਂ ਦੇ ਗਾੜੀ ਕੁਝ ਅੜਦਾ ਤਾਂ ਨਹੀਂ ਹੈ, ਕਿਉਂਕਿ ਇੱਥੇ ਕਾਂਗਰਸ ਸਰਕਾਰ ਹੋਣ ਕਰਕੇ ਥੋੜਾ ਜਿਹਾ ਬੈਨੀਫਿਟ ਹੈ ਕਿ ਪੁਲਿਸ ਅਜੇ ਕੁੱਟਣਾ ਨਹੀਂ ਸ਼ੁਰੂ ਹੋਈ। ਸੋ ਪਰ ਮੈਂ ਇਸ ਗੱਲ ਤੇ ਜ਼ਰੂਰ ਹਾਂ ਵੀ
ਇਹਦੀ ਲੌਂਗ ਟਰਮ, ਜਿਵੇਂ ਹੁਣ ਅੱਜ ਹੀ ਗੱਲ ਚੱਲਦੀ ਪਈ ਸੀ ਵੀ ਬੱਤੀ ਬੰਦ, ਲਾਈਟ ਜਿਹੜੀ ਹੈ ਸਾਡੀ ਬਿਜਲੀ ਬੰਦ ਹੋ ਸਕਦੀ, ਕੋਲੇ ਦੀ ਗੱਲ ਕੱਲ ਕੈਪਟਨ ਸਾਹਿਬ ਨੇ ਕਰਤੀ ਜੀ ਜੀ। ਸੋ ਮਸਲਾ ਕਿ ਇਹਨੂੰ ਲੌਂਗ ਟਰਮ ਸੰਘਰਸ਼ ਚਲਾਉਣ ਵਾਸਤੇ ਜਿਹੜੇ ਨਿਸ਼ਾਨੇ ਆ ਉਹ ਥੋੜੇ ਜਿਹੇ ਲੰਬੇ ਮਿੱਥਣੇ ਪੈਣੇ ਆ, ਸੰਘਰਸ਼ ਨੂੰ ਤੇਜ਼ ਕਰਨਾ ਪੈਣਾ। ਪਰ ਮੈਂ ਵਿਦੇਸ਼ਾਂ ਵਿੱਚ ਵਸਦੇ ਹੋਏ ਪੰਜਾਬੀਆਂ ਨੂੰ ਹੱਥ ਜੋੜ ਕੇ ਇੱਕ ਦਿਲ ਦੀਆਂ ਗਹਿਰਾਈਆਂ ਤੋਂ ਬੇਨਤੀ ਜ਼ਰੂਰ ਕਰਨੀ ਹੈ, ਟਰੈਕਟਰ ਚਲਾਓ ਸੜਕਾਂ ਤੇ, ਕਾਰਾਂ ਵੀ ਭਜਾਓ ਸੜਕਾਂ ਤੇ, ਐਜੂਕੇਸ਼ਨ ਕਰੋ, ਪਰ ਮੇਰੀ ਇੱਕ ਬੇਨਤੀ ਹੈ ਕਿ ਕਾਗਜ਼ਾਂ ਦਾ ਢਿੱਡ ਭਰਨ ਲਈ ਵੀ ਤੁਹਾਨੂੰ ਕੁਛ ਨਾ ਕੁਛ ਕਰਨਾ ਪੈਣਾ, ਕਿਉਂਕਿ ਇੰਟਰਨੈਸ਼ਨਲ ਜਿਹੜਾ ਫੋਰਨ ਅਫੇਅਰ ਹੈ ਉਹਦੇ ਉੱਤੇ ਪ੍ਰੈਸ਼ਰ ਤਾਂ ਬਣੇਗਾ ਜਦੋਂ ਤੁਸੀਂ ਇਹਨਾਂ ਦੀਆਂ ਐਮਬੈਸੀਜ਼ ਨੂੰ ਟਾਰਗੇਟ ਕਰੋਗੇ, ਉਹਨਾਂ ਨੂੰ ਮੰਗ ਪੱਤਰ ਦਿਓਗੇ, ਯੂਐਨਓ ਨੂੰ ਅਪਰੋਚ ਕਰੋਗੇ ਕਿ ਇਹ ਦੇਖੋ ਜੀ ਸਾਡੇ ਤੇ ਹਿਟਲਰੀ ਸਿਸਟਮ ਜਿਹੜਾ ਕਿਸਾਨ ਚਾਹੁੰਦਾ ਹੀ ਨਹੀਂ ਹੈ, ਐਜੀਟੇਸ਼ਨ ਕਰ ਰਿਹਾ, ਸ਼ਾਂਤਮਈ ਹੈ, ਕੋਈ ਚੀਜ਼ ਵਾਇਲੈਂਟ ਨਹੀਂ ਹੈ, ਸਰਕਾਰਾਂ ਸਾਡੇ ਉਪ ਰਹੀਆਂ। ਇਹਨਾਂ ਚੀਜ਼ਾਂ ਦੀ ਆਵਾਜ਼ ਸਾਨੂੰ ਜਿਹੜੇ ਸਾਡੇ ਕੈਨੇਡਾ ਦੇ, ਅਮਰੀਕਾ, ਇੰਗਲੈਂਡ, ਜਿੰਨੀਆਂ ਵੀ ਯੂਰਪੀਅਨ ਕੰਟਰੀਆਂ ਨੇ, ਜਾਂ ਜਿਹੜਾ ਆਸਟ੍ਰੇਲੀਆ ਵਾਲਾ ਸੈਕਸ਼ਨ ਹੈ, ਇਹਨਾਂ ਸਾਰਿਆਂ ਨੂੰ MP ਕੰਪੇਨ ਚਲਾਉਣੀ ਚਾਹੀਦੀ ਹੈ, ਸਿਗਨੇਚਰ ਕੰਪੇਨ ਚਲਾਉਣੀ ਚਾਹੀਦੀ ਹੈ, ਕਿਉਂਕਿ ਅੰਤ ਨੂੰ ਕੋਈ ਨਾ ਕੋਈ ਡਾਕੂਮੈਂਟ, ਵੇਖੋ ਪੰਜਾਬ ਨੇ ਸਿੱਧ ਕਰਤਾ ਹੈ ਕਿ ਅਸੀਂ ਮੋਦੀ ਨਾਲ ਨਹੀਂ ਖੜੇ, ਇੱਕ ਗੱਲ ਕਲੀਅਰ ਹੋ ਗਈ ਹੈ। ਹੁਣ ਜਿੰਨੀ ਦੇਰ ਤੱਕ ਮੋਦੀ ਦੇ ਉੱਤੇ ਇੰਟਰਨੈਸ਼ਨਲ ਪ੍ਰੈਸ਼ਰ ਨਹੀਂ ਬਣਦਾ, ਉਹ ਪ੍ਰੈਸ਼ਰ ਲੱਖਾ ਸਿਧਾਣਾ ਨਹੀਂ ਪਾ ਸਕਦਾ, ਉਹ ਪ੍ਰੈਸ਼ਰ ਦੀਪ ਸਿੱਧੂ ਦੇ, ਪਰਮਪਾਲ ਸਿੰਘ ਦੇ ਵੱਸ ਦਾ ਰੋਗ ਨਹੀਂ ਹੈ। ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਜਦੋਂ ਤੁਸੀਂ ਮੀਡੀਆ 'ਚ ਇਹਨਾਂ ਗੱਲਾਂ ਦੀ ਡਿਬੇਟ ਕਰੋਗੇ ਕਿ ਭਾਈ ਜੇ ਪੰਜਾਬ ਦੇ ਕਿਸਾਨ ਨਾਲ ਸੱਚਮੁੱਚ ਖੜੇ ਹੋ ਤੇ ਕਿਉਂ ਨਹੀਂ MP ਕੰਪੇਨ ਚਲਾਉਂਦੇ, ਸਾਰੇ MPਆਂ ਤੋਂ ਸਿਗਨੇਚਰ ਕਰਾ ਕੇ UN 'ਚ ਦਿਓ, ਪਾਰਲੀਮੈਂਟ 'ਚ ਗੱਲ ਕਰੋ। ਐਮਨੈਸਟੀ ਇੰਟਰਨੈਸ਼ਨਲ ਇੰਡੀਆ 'ਚ ਬੈਨ ਕਰ ਦਿੱਤੀ ਗਈ ਹੈ, ਆਵਾਜ਼ ਉਠਾਓ ਉੱਥੇ ਬੈਠ ਕੇ, ਐਮਨੈਸਟੀ ਇੰਟਰਨੈਸ਼ਨਲ ਨੂੰ ਜਾ ਕੇ ਅਪਰੋਚ ਕਰੋ, UNO ਨੂੰ ਅਪਰੋਚ ਕਰਿਓ, ਜਿਹੜੀਆਂ ਵਰਲਡ ਹੈਲਥ ਆਰਗੇਨਾਈਜੇਸ਼ਨ ਤੱਕ ਵੀ ਇਹ ਗੱਲ ਕਹੋ ਕਿ ਭਾਈ ਕੋਵਿਡ ਦੇ ਉੱਤੇ ਤੁਸੀਂ ਕਿੰਨੀ ਅਵੇਅਰਨੈਸ ਦਿੱਤੀ, ਸਾਰਾ ਕੁਝ ਠੀਕ ਹੈ, ਪਰ ਹਰ ਗੱਲ ਦੇ ਉੱਤੇ ਸਾਡੀ ਆਵਾਜ਼ ਹੋਣਾ ਬਹੁਤ ਜ਼ਰੂਰੀ ਹੈ, ਜਿਹੜਾ ਕਿ ਤੁਹਾਡਾ ਸਾਰਾ ਕਰ ਸਕਦਾ ਜੀ। ਬਿਲਕੁਲ ਜੀ, ਬਹੁਤ ਵਧੀਆ ਮੈਸੇਜ ਤੁਸੀਂ ਵੀਰ ਜੀ ਦਿੱਤਾ ਤੇ ਬਹੁਤ ਹੀ ਦਿਲੋਂ ਧੰਨਵਾਦੀ ਹਾਂ, ਤੁਸੀਂ ਆਪਣਾ ਸਮਾਂ ਦਿੱਤਾ। ਆਉਣ ਵਾਲੇ ਸਮੇਂ 'ਚ ਫਿਰ ਅਸੀਂ ਤੁਹਾਨੂੰ ਯਾਦ ਕਰਾਂਗੇ ਤੇ ਫਿਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਂਗੇ, ਤੇ ਅਸੀਂ ਵੀ ਆਪਣੇ ਲੈਵਲ ਤੇ ਕੋਸ਼ਿਸ਼ ਕਰਾਂਗੇ ਕਿ ਅਸੀਂ ਵੀ ਇੱਥੇ ਜਥੇਬੰਦੀਆਂ ਨਾਲ, ਇੱਥੇ ਸੁਲਝੇ ਹੋਏ ਲੋਕਾਂ ਨਾਲ ਮਿਲ ਕੇ ਕੋਈ ਇਹੋ ਜਿਹਾ ਕੁਝ ਕਰ ਸਕੀਏ ਜਿਹਦੇ ਨਾਲ ਕੋਈ ਡਿਬੇਟਸ ਕਰ ਸਕੀਏ ਕਿ ਅਸੀਂ ਲੋਕਾਂ ਨੂੰ ਹੋਰ ਅਵੇਅਰਨੈਸ ਦੇ ਸਕੀਏ। ਸੋ ਧੰਨਵਾਦ ਜੀ ਤੁਹਾਡਾ ਆਪਣਾ ਸਮਾਂ ਦੇਣ ਦੇ ਲਈ ਜੀ। ਬਹੁਤ ਬਹੁਤ ਧੰਨਵਾਦ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੁਲਦੀਪ ਸਿੰਘ ਜੀ ਬਹੁਤ ਵਧੀਆ ਗੱਲਬਾਤ ਕੀਤੀ ਇਹਨਾਂ ਨੇ, ਜਿਹੜਾ ਬਹੁਤ ਖੁੱਲ੍ਹ ਕੇ ਦੱਸਿਆ ਕਿ ਹੋ ਕੀ ਰਿਹਾ ਅਕਸਰ ਉੱਥੇ ਕਿਸਾਨਾਂ ਦੇ ਨਾਲ ਕੀ ਹੋ ਰਿਹਾ ਹੈਗਾ, ਤੇ ਜੇ ਦੇਖੀਏ ਤੇ SGPC 'ਚ ਕੀ ਹੋ ਰਿਹਾ ਹੈਗਾ, ਕਿਉਂਕਿ SGPC ਦੇ ਬੜਾ ਨੇੜੇ ਨੇ ਸਿੰਘ ਸਾਹਿਬ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਜਿਹੜੇ ਉਹਨਾਂ ਦੇ ਨਾਲ ਇਹਨਾਂ ਦੀ ਕਈ ਮੀਟਿੰਗਾਂ ਹੋਈਆਂ ਨੇ, ਕਿਉਂਕਿ ਇਹ ਵੀ PhD ਕਰ ਰਹੇ ਨੇ, ਉਹ ਵੀ PhD ਇਕੱਠੇ ਕਰ ਰਹੇ ਨੇ ਸਨ, ਤੇ ਉਹਨਾਂ ਦਿਨਾਂ ਦੇ ਦੌਰਾਨ ਇਹਨਾਂ ਦੀ ਬੜੀ ਨੇੜਤਾ ਹੈ, ਯਤਨ ਵੀ ਕਰ ਰਹੇ ਨੇ। ਪਰ ਮੁਸ਼ਕਿਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਨਿਜ਼ਾਮ ਹੈ, ਜਿਹੜਾ ਇਹਨਾਂ ਨੇ ਅਖੀਰ ਦੇ ਵਿੱਚ ਸੁਝਾਅ ਦਿੱਤਾ ਹੈ ਕਿ ਜਾਂ ਤਾਂ ਇਹਦਾ ਦਫ਼ਤਰ ਹੈ ਜਿਹੜਾ ਬਾਹਰ ਲੈ ਜਾਓ, ਬਾਹਰ ਕਿੱਥੇ, ਦੋ ਹੀ ਥਾਵਾਂ ਨੇ, ਜਾਂ ਲੰਬੀ ਲੈ ਜਾਓ ਤੇ ਜਾਂ ਨਾਗਪੁਰ ਲੈ ਜਾਓ, ਕਿਉਂਕਿ ਡਾਇਰੈਕਸ਼ਨਾਂ ਤਾਂ ਉੱਥੋਂ ਹੀ ਆਉਣੀਆਂ ਨੇ, ਆਪ ਤਾਂ ਕੁਝ ਕਰ ਨਹੀਂ ਸਕਦੇ, ਦੋ ਹੀ ਥਾਵਾਂ ਨੇ, ਇੱਕੋ ਹੀ ਸੁਝਾਅ ਹੈ। ਦੂਸਰੀ ਰਹੀ ਗੱਲ ਕਿਸਾਨਾਂ ਦੀ, ਕਿਸਾਨਾਂ ਬਾਰੇ ਜੇ ਅੱਜ ਵੇਲਾ ਖੁੰਝਾਗ ਹੈ, ਜਿਵੇਂ ਪਰਮਪਾਲ ਸਿੰਘ ਉਹਨਾਂ ਨੇ ਕਿਹਾ, ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਸਮਝਾਉਣ ਦਾ ਯਤਨ ਕੀਤਾ। ਅੱਜ ਇਕੱਠੇ ਨੇ, ਸਾਰੇ ਇਕੱਠੇ ਨੇ, ਇੱਕੋ ਸੋਚ ਦੇ ਉੱਤੇ ਚੱਲ ਰਹੇ ਨੇ, ਔਰ ਸੁਲਝੀਆਂ ਹੋਈਆਂ ਸ਼ਖਸੀਅਤਾਂ ਵਿੱਚ ਨੇ। ਪਰਮਪਾਲ ਸਿੰਘ ਉਹਨੇ ਰੋਜ਼ਾਨਾ 200 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਹੈ ਜਿਹੜਾ ਰੋਜ਼ਾਨਾ ਕਰ ਰਹੇ ਨੇ, ਅਲੱਗ-ਅਲੱਗ ਧਰਨਿਆਂ ਦੇ ਵਿੱਚ ਜਾ ਕੇ, ਉਹ ਸਾਰਾ ਕੁਝ ਦੇਖ ਰਹੇ ਨੇ। ਪਰ ਆਉਣ ਵਾਲਾ ਸਮਾਂ ਜੇ ਅਸੀਂ ਨਾ ਜਾਗੇ, ਜੇ ਇਸੇ ਤਰ੍ਹਾਂ ਹੀ ਕਰਦੇ ਰਿਹਾ, ਤੇ ਮੇਰਾ ਖਿਆਲ ਹੈ ਬੜਾ ਦੁਖਦਾਇਕ ਸਮਾਂ ਪੰਜਾਬ ਲਈ ਆਉਣ ਵਾਲਾ ਹੈ। ਤੇ ਉਮੀਦ ਹੈ ਕਿ ਨੇੜ ਭਵਿੱਖ ਦੇ ਵਿੱਚ ਅਸੀਂ ਇਹਦੇ ਉੱਤੇ ਡਿਬੇਟ ਜ਼ਰੂਰ ਕਰਵਾਵਾਂਗੇ ਅਲੱਗ-ਅਲੱਗ ਪਾਰਟੀ ਦੀਆਂ, ਤਾਂ ਜੋ ਤੁਹਾਨੂੰ ਸੱਚ ਹੈ ਜਿਹੜਾ ਉਹ ਪਤਾ ਲੱਗ ਸਕੇ। ਜੀ ਬਿਲਕੁਲ ਜੀ, ਥੈਂਕ ਯੂ ਤੁਹਾਡਾ, ਔਰ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ, ਖਿਆਲ ਰੱਖਿਓ। ਕੱਲ ਫਿਰ ਜ਼ਰੂਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਇਹ ਸਨ ਜੀ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ, ਤੇ ਸਾਡੇ ਨਾਲ ਗੈਸਟ ਜਿਨ੍ਹਾਂ ਨੇ ਬਹੁਤ ਹੀ ਅਹਿਮ ਜਾਣਕਾਰੀ ਦਿੱਤੀ, ਤੇ ਇਸੇ ਤਰ੍ਹਾਂ ਸਾਂਝਾ TV ਤੋਂ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਇਹੋ ਜਿਹੀਆਂ ਗੱਲਾਂ ਤੁਹਾਡੇ ਸਾਹਮਣੇ ਲੈ ਕੇ ਆਈਏ, ਕਿਉਂਕਿ ਖਬਰਸਾਰ ਬਿਹਾਈਂਡ ਦਾ ਨਿਊਜ਼। ਸੋ ਖਬਰਾਂ ਪੜ੍ਹਨੀਆਂ ਸਾਡਾ ਫਰਜ਼ ਬਣਦਾ, ਪਰ ਇਹਨਾਂ ਖਬਰਾਂ ਦੇ ਪਿੱਛੇ ਅਸਲ ਸੱਚ ਕੀ ਆ ਉਹ ਵੀ ਤੁਹਾਡੇ ਤੱਕ ਲੈ ਕੇ ਆਉਣਾ ਸਾਡਾ ਫਰਜ਼ ਬਣਦਾ। ਸੋ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਸਵੇਰੇ 10 ਵਜੇ, ਤੇ ਕੱਲ ਵੀ ਮੇਰੇ ਨਾਲ ਸੀਨੀਅਰ ਜਰਨਲਿਸਟ ਕੁਲਦੀਪ ਸਿੰਘ ਜੀ ਹੋਣਗੇ। ਤਦ ਤੱਕ ਤੁਸੀਂ ਸਾਰੇ ਰੱਖਿਓ ਖਿਆਲ। ਮੈਨੂੰ ਦਿਓ ਇਜਾਜ਼ਤ, ਮੇਰੇ ਵੱਲੋਂ ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ, ਸਤਿਕਾਰ, ਸਹਿਤ। ਸਤਿ ਸ਼੍ਰੀ ਅਕਾਲ ਜੀ।